अपडेट अमेरिका। मैं राजकनवीर सिंह, जुड़ चुके ने हरजोत सिंह खालसा जी। हरजोत सिंह जी स्वागत है, सत श्री अकाल जी। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਏਐਮ ਸਟੇਸ਼ਨ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 12 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਦੇ ਵਿੱਚ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਵਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ। ਜੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਇਹ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 4082722500। ਮੈਡੀਕੇਅਰ ਪੂਰੇ ਅਮਰੀਕਾ ਭਰ ਦੇ ਵਿੱਚ ਕਰਦੇ ਨੇ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਲਈ ਵੀ ਇਹਨਾਂ ਦੇ ਨਾਲ ਕੰਟੈਕਟ ਕਰੋ। ਇਸ ਦੇ ਨਾਲ ਟਿਕੇਣਾ ਇਮੀਗ੍ਰੇਸ਼ਨ ਲਾ ਫਰਮ, ਯੂਐਸ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਕੇਣਾ 415 909 0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਮਨਜੀਤ ਸਿੰਘ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਨ, ਸਨੀ ਪੁਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ontario, ਹਰਜੀਤ ਸਿੰਘ ਲੈਥਰੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋਕ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਮਿੰਦਰ ਬਸਰਾ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। DNV ਟਰੱਕ ਟ੍ਰੇਲਰ ਰਿਪੇਅਰ, ਜਿਨ੍ਹਾਂ ਦੇ ਟਰੱਕ ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕੀਤੀ ਜਾਂਦੀ ਹੈ। ਟਰੱਕ ਪਾਰਕਿੰਗ ਵੀ ਅਵੇਲੇਬਲ ਆ। ਦੋ ਲੋਕੇਸ਼ਨਸ ਨੇ। ਐਂਟੀਲੋਪ ਲਈ ਕਾਲ 9162252290, ਟੁਲੈਰੀ ਲਈ ਕਾਲ 5596162421। ਇਹਨਾਂ ਸਭ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408 722 7698। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੂੰ ਜੋ ਇਜ਼ਰਾਈਲ ਦੇ ਸੰਬੰਧ ਦੇ ਵਿੱਚ ਜੋ ਉਹਨਾਂ ਦੇ ਖੁਦ ਦੇ ਹੀ ਡੈਮੋਕ੍ਰੇਟ ਸੈਨੇਟਰਸ ਹੈਗੇ ਆ ਤੇ ਇੱਕ ਇੰਡੀਪੈਂਡੈਂਟ ਸੈਨੇਟਰ ਆ, ਉਹਨਾਂ ਨੇ ਇਹ ਕਿਹਾ ਵੀ ਜੋ ਇਜ਼ਰਾਈਲ ਦੀ ਮਿਲਟਰੀ ਏਡ ਆ ਉਸ ਨੂੰ ਬੰਦ ਕਰ ਦਿੱਤਾ ਜਾਵੇ। ਕਾਰਨ ਕੀ ਆ ਵੀ ਜੇ ਕਿਸੇ ਵੀ ਮੁਲਕ ਨੂੰ ਹਿਊਮੈਨਿਟੇਰੀਅਨ ਏਡ ਦਿੱਤੀ ਜਾਂਦੀ ਆ ਅਮਰੀਕਾ ਵੱਲੋਂ ਤੇ ਕੋਈ ਮੁਲਕ ਉਸ ਨੂੰ ਰੋਕ ਰਿਹਾ ਆ ਤੇ ਉਸ ਦੀ ਜਿਹੜੀ ਆ ਕਿਸੇ ਤਰ੍ਹਾਂ ਦੀ ਮਿਲਟਰੀ ਦੀ ਜਿਹੜੀ ਹੈਲਪ ਆ ਉਹ ਨਹੀਂ ਕਰ ਸਕਦੇ ਹੈਗੇ। ਇਹ ਇੱਕ ਲੈਟਰ ਸੈਨੇਟਰ ਬਰਨੀ ਸੈਂਡਰਸ ਜੋ ਕਿ ਇੰਡੀਪੈਂਡੈਂਟ ਹੈਗੇ ਵਰਮਾਉਂਟ ਤੋਂ, ਤੇ 7 ਡੈਮੋਕ੍ਰੇਟਸ ਹੈਗੇ ਆ ਜਿਨ੍ਹਾਂ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੋਣਾ ਦੀ ਪਾਰਟੀ ਦੇ ਹੀ ਜਿਹੜੇ ਸੈਨੇਟਰ ਆ ਉਹਨਾਂ ਨੇ ਇਹ ਜੋ ਇੱਕ ਲੈਟਰ ਆ ਉਹ ਪ੍ਰੈਜ਼ੀਡੈਂਟ ਬਾਈਡਨ ਹੋਣਾ ਨੂੰ ਲਿਖਿਆ। ਕਹਿੰਦੇ ਵੀ ਇਹਦੇ ਸੀਰੀਅਸ ਕੌਨਸੀਕੁਐਂਸਿਸ ਆ। ਜੋ ਐਗਜ਼ਿਸਟਿੰਗ ਯੂਐਸ ਲਾਅ ਆ ਉਹਦੇ ਮੁਤਾਬਕ ਤੁਸੀਂ ਗਲਤ ਕਰ ਰਹੇ ਆ ਵੀ ਮਿਲਟਰੀ ਦੀ ਜਿਹੜੀ ਹੈਲਪ ਆ ਉਹ ਇਜ਼ਰਾਈਲ ਦੀ ਨੇਤਨਯਾਹੂ ਦੀ ਕਰ ਰਹੇ ਆ, ਜਦੋਂ ਕਿ ਉਹ ਹਿਊਮੈਨਿਟੇਰੀਅਨ ਏਡ ਕੋਰੀਡੋਰ ਐਕਟ ਜੋ ਆ ਉਹਦੇ ਤਹਿਤ ਫਲਸਤੀਨੀਅਨ ਮੂਲ ਦੇ ਲੋਕਾਂ ਨੂੰ ਹੈਲਪ ਦੇਣਾ ਚਾਹੁੰਦੇ ਹੈਗੇ ਤੇ ਇਜ਼ਰਾਈਲ ਵਾਲੇ ਉਸ ਨੂੰ ਰੋਕ ਰਹੇ ਹੈਗੇ ਆ। ਸੋ ਇਹ ਇੱਕ ਬਹੁਤ ਵੱਡਾ ਜਿਹੜਾ ਪ੍ਰੈਸ਼ਰ ਆ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਦੇ ਉੱਤੇ ਫਿਰ ਉਹਨਾਂ ਦੀ ਹੀ ਪਾਰਟੀ ਵੱਲੋਂ ਪਿਆ, ਕਿਉਂਕਿ ਲੋਕਾਂ ਵੱਲੋਂ ਤਾਂ ਬਹੁਤ ਜ਼ਿਆਦਾ ਜਿਹੜਾ ਵਿਰੋਧ ਹੋ ਰਿਹਾ ਹੈਗਾ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਜੋ ਬਾਈਡਨ ਹੋਣੀ ਸਟੇਟ ਆਫ ਦਾ ਯੂਨੀਅਨ ਐਡਰੈਸ ਕਰਨ ਜਾ ਰਿਹਾ ਸੀ ਤੇ ਸਾਰੇ ਦੇ ਸਾਰੇ ਆਲੇ ਦੁਆਲੇ ਦੀਆਂ ਸੜਕਾਂ ਜਿੱਥੇ ਵਾਈਟ ਹਾਊਸ ਨੂੰ ਜਾਂਦੀਆਂ ਉਹ ਫਲਸਤੀਨੀਅਨ ਲੋਕਾਂ ਦੇ ਹੱਕ ਦੇ ਵਿੱਚ ਜੋ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੇ ਬੰਦ ਕੀਤੀਆਂ ਹੋਈਆਂ ਸੀਗੀਆਂ। ਸੋ ਇਹ ਲੈਟਰਸ ਸੈਨੇਟਰ ਸੈਂਡਰਸ, ਕ੍ਰਿਸ ਹਾਲਨ ਮੈਰੀਲੈਂਡ ਤੋਂ, ਜੈਫ ਮਰਕਲੇ ਓਰੀਗਨ ਤੋਂ ਤੇ ਹੋਰ ਜਿਹੜੇ ਪ੍ਰੋਗਰੈਸਿਵ ਮੈਂਬਰ ਹੈਗੇ ਐਲਿਜ਼ਾਬੈਥ ਵੈਰਨ ਮੈਸਾਚੂਸੇਟਸ ਤੋਂ, ਮੈਜ਼ੀ ਹੀਰੋਨੋ ਹਵਾਈ ਤੋਂ, ਪੀਟਰ ਵੈਲਚ ਵਰਮਾਉਂਟ, ਟੀਨਾ ਸਮਿਥ ਮਿਨੇਸੋਟਾ ਤੇ ਬੈਨ ਰੇ ਲੁਹਾਨ ਨਿਊ ਮੈਕਸੀਕੋ ਤੋਂ, ਇਹਨਾਂ ਨੇ ਅੱਜ ਇਹ ਲੈਟਰ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੂੰ ਲਿਖਿਆ ਹੈਗਾ। ਕਹਿੰਦੇ ਵੀ ਪਿਛਲੇ ਮਹੀਨੇ ਸੈਨੇਟ ਨੇ ਇੱਕ ਐਮਰਜੈਂਸੀ ਨੈਸ਼ਨਲ ਸਿਕਿਉਰਿਟੀ ਏਡ ਬਿੱਲ ਜੋ ਪਾਸ ਕੀਤਾ ਸੀ, ਜਿਹਦੇ ਵਿੱਚ $14.1 ਬਿਲੀਅਨ ਦੀ ਜਿਹੜੀ ਮਿਲਟਰੀ ਦੀ ਏਡ ਆ ਉਹ ਇਜ਼ਰਾਈਲ ਨੂੰ ਜਾਣੀ ਸੀ ਤੇ ਜਿਹਦੇ ਵਿੱਚ $10 ਬਿਲੀਅਨ ਅਫੈਂਸਿਵ ਵੈਪਨਸ ਦੇ ਲਈ ਸੀਗਾ ਜੋ ਹਮਾਸ ਦੇ ਅਗੇਂਸਟ ਇਜ਼ਰਾਈਲ ਵਾਲੇ ਯੂਜ਼ ਕਰ ਰਹੇ।
ਇਹ ਕਹਿ ਰਹੇ ਆ ਵੀ ਅਮਰੀਕਾ ਦੀ ਹੀ ਯੂਐਸ ਏਡ ਦੀ ਜਿਹੜੀ ਹੁੰਦੀ ਆ ਵਿਚਾਰ ਜਾਂ ਜਿਹੜਾ ਲਾਅ ਆ ਉਹਦੇ ਉਲਟ ਇਸ ਟਾਈਮ ਇਹ ਚੱਲ ਰਹੇ ਆ ਤੇ ਇਹ ਟੋਟਲੀ ਗਲਤ ਗੱਲ ਹੈਗੀ ਆ। ਜੇ ਆਪਾਂ ਦੇਖੀਏ ਤਾਂ ਹਰਜੋਤ ਸਿੰਘ ਜੀ, ਦੁਨੀਆ ਭਰ ਦੇ ਵਿੱਚ, ਮੁਲਕ ਭਰ ਦੇ ਵਿੱਚ ਇਜ਼ਰਾਈਲ ਦੇ ਦੁਆਰਾ ਇਹ ਕੀਤੀਆਂ ਜਾ ਰਹੀਆਂ ਗੱਲਾਂ ਨੂੰ ਲੈ ਕੇ ਕਿਤੇ ਨਾ ਕਿਤੇ ਲੋਕਾਂ ਦੇ ਮਨਾਂ ਦੇ ਵਿੱਚ ਥੋੜ੍ਹੀ ਕੁੜੱਤਣ ਉਹਨਾਂ ਦੇ ਪ੍ਰਤੀ ਵੀ ਜਿਹੜੀ ਵਧੀ ਹੈਗੀ ਆ। ਸੋ ਇੱਕ ਪਾਸੇ ਆਪਾਂ ਜਦ ਦੇਖਦੇ ਹਾਂ ਵੀ ਇਹ ਉਹ ਭਾਈਚਾਰਾ ਆ, ਇਹ ਉਹ ਮੁਲਕ ਆ ਜਾਂ ਇਹ ਉਹ ਲੋਕ ਨੇ ਜਿਨ੍ਹਾਂ ਦੇ ਨਾਲ ਬਹੁਤ ਜ਼ਿਆਦਾ ਅਤਿਆਚਾਰ ਹੋਇਆ ਤੇ ਹੁਣ ਉਦਾਂ ਦਾ ਹੀ ਕਿਸੇ ਤਰੀਕੇ ਦੇ ਨਾਲ ਲੋਕ ਦੇਖਦੇ ਆ ਵੀ ਉਹ ਅਤਿਆਚਾਰ ਦੂਜਿਆਂ ਦੇ ਉੱਤੇ ਕਿੱਦਾਂ ਉਹ ਕਰ ਸਕਦੇ ਆ। ਬਾਈਡਨ ਹੁਣੀ ਕਹਿੰਦੇ ਆ ਵੀ ਰਾਫਾ ਦੇ ਵਿੱਚ ਤੁਸੀਂ ਹਮਲਾ ਨਾ ਕਰੋ, ਜਦ ਕਿ ਬੀਬੀ ਨੇਤਨਿਆਹੂ ਦਾ ਜਿਹੜਾ ਛੋਟਾ ਨਾਂ ਆ ਉਹ ਇਹ ਕਹਿੰਦਾ ਆ ਵੀ ਨਹੀਂ, ਇਜ਼ਰਾਈਲ ਤਾਂ ਰਾਫਾ ਦੇ ਵਿੱਚ ਜਾਊਗਾ ਹੀ ਜਾਊਗਾ। 1.5 ਮਿਲੀਅਨ ਤਕਰੀਬਨ ਪੈਲਸਤੀਨੀ ਇਸ ਟਾਈਮ ਉਹ ਰਾਫਾ ਜੋ ਕਿ ਮਿਸਰ ਦੇ ਬਾਰਡਰ ਦੇ ਨਾਲ ਲੱਗਦਾ ਆ ਉੱਥੇ ਹੈਗੇ ਨੇ। ਟੈਂਟ ਸਿਟੀ ਜਿਹੜੀ ਆ ਉਹ ਬਣੀ ਪਈ ਆ, ਵਾਰ ਦੇ ਕਰਕੇ ਉਹਨਾਂ ਦਾ ਰਹਿਣ ਬਸੇਰਾ ਟੋਟਲੀ ਜਿਹੜਾ ਉਹ ਖੁੰਝ ਗਿਆ ਆ। ਖਾਣ ਨੂੰ ਰੋਟੀ ਨਹੀਂ, ਪੀਣ ਨੂੰ ਸਾਫ਼ ਪਾਣੀ ਨਹੀਂ, ਦਵਾਈਆਂ ਜਿਹੜੀਆਂ ਆ ਉਹ ਵੀ ਨਹੀਂ ਮਿਲ ਰਹੀਆਂ ਹੈਗੀਆਂ। ਅਮਰੀਕਾ ਆਪਣੇ ਵੱਲੋਂ ਇੱਕ ਆਰਜੀ ਬੰਦਰਗਾਹ ਉੱਧਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਆ ਜਾਂ ਉਹ ਬਣਾ ਰਿਹਾ ਆ ਤਾਂ ਜੋ ਜਿਹੜੀ ਰਾਹਤ ਸਮੱਗਰੀ ਆ ਫਿਲਸਤੀਨ ਦੇ ਲੋਕਾਂ ਤੱਕ ਪਹੁੰਚਾਈ ਜਾ ਸਕੇ। ਬਾਈਡਨ ਨੇ ਪਹਿਲਾਂ ਹੀ ਜਿਹੜਾ ਆ ਇਹ ਚਿੰਤਾਵਾਂ ਮੋਹਰੇ ਰੱਖੀਆਂ ਵੀ ਜਿਹੜਾ ਇਜ਼ਰਾਈਲ ਦਾ ਆਪਰੇਸ਼ਨ ਜਿਹੜਾ ਰਾਫਾ ਦੇ ਵਿੱਚ ਜੇ ਉਹ ਕਰਦੇ ਆ ਤਾਂ ਉਹ ਸਿਵਿਲੀਅਨਸ ਨੂੰ ਬਚਾਉਣ ਦੇ ਲਈ ਉਹਨਾਂ ਦੇ ਕੋਲ ਕੋਈ ਬੜਾ ਪਲਾਨ ਹੈਗਾ ਨਹੀਂ ਆ। ਸੋ ਉਹ ਸਥਿਤੀ ਬਹੁਤ ਮਾੜੀ ਆ ਤੇ ਇਸ ਨੂੰ ਲਾਲ ਲਕੀਰ ਦੇ ਤੌਰ ਦੇ ਉੱਤੇ ਦੇਖ ਰਹੇ ਆ ਬਾਈਡਨ ਹੁਣੀ। ਜੇ ਇਹ ਇਨਵੇਜਨ ਕੀਤਾ ਜਾਂਦਾ ਆ ਰਾਫਾ ਦੇ ਵਿੱਚ, ਜੇ ਰਾਫਾ ਦੇ ਵਿੱਚ ਨੇਤਨਿਆਹੂ ਆਪਣੀ ਸੱਤਾ ਨੂੰ ਬਚਾਉਣ ਦੇ ਲਈ ਜਾਂ ਜੇ ਉਹ ਆਪਾਂ ਦੇਖੀਏ ਜੋ ਉੱਥੇ ਦੇ ਹਾਲਾਤ ਆ ਇੰਟਰਨਲ ਪੋਲਿਟਿਕਸ ਦੇ ਵੀ ਉਸ ਦੇ ਬਾਬਤ ਉਹ ਇਦਾਂ ਕਰਦਾ ਆ ਤਾਂ ਕਹਿੰਦੇ ਵੀ ਅਮਰੀਕਾ ਦੀ ਪਾਲਿਸੀ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਦੇਖੀ ਜਾ ਸਕਦੀ ਆ। ਜਿੱਦਾਂ ਅੱਜ 8 ਜਿਹੜੇ ਸੈਨੇਟਰ, 7 ਦੇ ਨਾਲ ਇੱਕ ਇੰਡੀਪੈਂਡੈਂਟ ਦੀ ਜਿਹੜੀ ਚਿੱਠੀ ਆ ਉਹ ਵੀ ਗਈ ਹੈਗੀ ਆ। ਰਹਿ ਰਹਿ ਕੇ ਲੋਕ ਕਹਿ ਤਾਂ ਰਹੇ ਆ। ਹਰਜੋਤ ਸਿੰਘ ਜੀ, ਹੋ ਸਕਦਾ ਆ ਜਿੱਥੇ ਇਮੀਗ੍ਰੇਸ਼ਨ ਦੇ ਜਿਹੜਾ ਮੁੱਦਾ ਆ, ਇਨਫਲੇਸ਼ਨ ਦਾ ਜਿਹੜਾ ਮੁੱਦਾ, ਇਕਨੋਮੀ ਦਾ ਮੁੱਦਾ ਆ, ਇਜ਼ਰਾਈਲ ਦੇ ਵਿੱਚ ਜੋ ਇਹ ਕੁਛ ਹੋ ਰਿਹਾ, ਪੈਲਸਤੀਨ ਦੇ ਵਿੱਚ ਜੋ ਇਹ ਕੁਛ ਹੋ ਰਿਹਾ ਆ, ਇਹ ਵੀ ਇੱਕ ਚੁਣਾਵੀ ਮੁੱਦਾ ਇਵੈਂਚੁਅਲੀ ਇਸ ਨਵੰਬਰ ਦੀਆਂ ਇਲੈਕਸ਼ਨਸ ਦੇ ਵਿੱਚ ਉਹ ਬਣ ਜਾਵੇ। ਕੱਲ ਸੋਮਵਾਰ ਨੂੰ ਫੌਕਸ ਨਿਊਜ਼ ਦੇ ਉੱਤੇ ਨੇਤਨਿਆਹੂ ਨੇ ਇਹ ਜਿਹੜਾ ਉਹ ਕਿਹਾ ਆ ਵੀ 25% ਹਮਾਸ ਦਾ ਹਿੱਸਾ, 1/4 ਰਾਫਾ ਦੇ ਵਿੱਚ ਜਿਹੜੀ ਹਮਾਸ ਦੀ ਆਰਮੀ ਕਹਿੰਦੇ ਆ ਉਹ ਪਹੁੰਚੀ ਹੋਈ ਆ। ਸੋ ਇਸ ਲਈ ਇਜ਼ਰਾਈਲ ਨੂੰ ਉੱਥੇ ਵੜ ਕੇ ਹਮਾਸ ਦੀਆਂ ਜਿਹੜੀਆਂ ਬਟਾਲੀਅਨਸ ਆ ਉਹਨਾਂ ਨੂੰ ਖਤਮ ਕਰਨਾ ਹੋਊਗਾ। ਸੋ ਇਹ ਹੁਣ ਦੇਖਣ ਵਾਲੀ ਗੱਲ ਹੋਊਗੀ ਵੀ ਇਸ ਦੇ ਵਿੱਚ ਅੱਗੇ ਕੀ ਬਣਦਾ ਆ। ਬਾਈਡਨ ਹੁਣਾਂ ਨੇ ਕਲੀਅਰਲੀ ਆਪਣੀ MSNBC ਦੀ ਇੰਟਰਵਿਊ ਦੇ ਵਿੱਚ ਇਹ ਕਿਹਾ ਸੀਗਾ 에ਅਰ ਫੋਰਸ 1 ਤੋਂ ਵੀ ਕੋਈ ਵੀ ਮਿਲਟਰੀ ਆਪਰੇਸ਼ਨ ਰਾਫਾ ਦੇ ਵਿੱਚ ਉਦੋਂ ਤੱਕ ਨਹੀਂ ਹੋਣਾ ਚਾਹੀਦਾ ਜਿੰਨੀ ਦੇਰ ਤੱਕ ਆਮ ਲੋਕਾਂ ਦੀ, ਆਮ ਨਾਗਰਿਕਾਂ ਦੀ ਜਿਹੜੀ ਸੁਰੱਖਿਆ ਆ, ਜਿਹੜੇ ਉੱਥੇ ਸ਼ੈਲਟਰ ਕਰ ਰਹੇ ਆ, ਵੀ ਉਹ ਯਕੀਨੀ ਨਹੀਂ ਜਿਹੜੀ ਉਹ ਬਣਾਈ ਜਾ ਸਕਦੀ। ਸੋ ਆਪਸ ਦੇ ਵਿੱਚ ਇਜ਼ਰਾਈਲ ਤੇ ਅਮਰੀਕਾ ਦੇ ਦਰਮਿਆਨ, ਦੋਨਾਂ ਲੀਡਰਸ ਦੇ ਦਰਮਿਆਨ ਵੀ ਤਣਾਅ ਜਿਹੜਾ ਆ ਉਹ ਕਹਿ ਸਕਦੇ ਆ ਵਿਚਾਰਾਂ ਦੇ ਵਿੱਚ ਵੱਧਦਾ ਜਾ ਰਿਹਾ ਹੈ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਐਂਟੀ ਪੂਟਨ ਪੈਰਾਮਿਲਟਰੀਜ਼ ਆ ਉਹ ਇਹ ਕਲੇਮ ਕਰ ਰਹੇ ਆ ਵੀ ਉਹਨਾਂ ਨੇ ਰਸ਼ੀਆ ਦੇ ਵਿੱਚ ਐਂਟਰੀ ਕੀਤੀ ਹੈ, ਇਨਕਰਸ਼ਨ ਜਿਹੜਾ ਆ ਉਹ ਕੀਤਾ ਹੈ ਯੂਕਰੇਨ ਵਾਲੀ ਸਾਈਡ ਤੋਂ। ਯੂਕਰੇਨ ਦੀ ਜੋ ਮਿਲਟਰੀ ਇੰਟੈਲੀਜੈਂਸ ਆ ਉਹ ਕਹਿ ਰਹੇ ਆ ਵੀ ਐਂਟੀ ਪੂਟਨ ਰਸ਼ੀਅਨ ਵੋਲੰਟੀਅਰਸ ਉਹ ਉਹਨਾਂ ਦੇ ਆਰਡਰ ਦੇ ਥੱਲੇ ਨਹੀਂ ਕੰਮ ਕਰ ਰਹੇ। ਕੀਵ ਦੇ ਜਿਹੜੀ ਯੂਕਰੇਨ ਦੀ ਰਾਜਧਾਨੀ ਆ, ਬਲਕਿ ਉਹ ਆਪਣੇ ਹੀ ਜ਼ੋਰ ਦੇ ਉੱਤੇ ਜੋ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਪੁਟਿਨ ਦੇ ਉਲਟ ਹੈਗੇ ਆ, ਉਹ ਉਸ ਬੇਸ ਦੇ ਉੱਤੇ ਲੜ ਰਹੇ ਹੈਗੇ ਆ। ਸੋ ਕਹਿੰਦੇ ਵੀ ਇਹ ਫਰਵਰੀ 2022 ਦੇ ਵਿੱਚ ਉਹਨਾਂ ਨੇ ਇਨਵੇਡ ਕੀਤਾ ਸੀ। ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਦਿਨਾਂ ਦੇ ਵਿੱਚ ਰਸ਼ੀਆ ਦਾ ਜਿਹੜਾ ਆਪੋਜੀਸ਼ਨ ਲੀਡਰ ਨੈਵਲਿਨ ਸੀ ਉਸ ਨੂੰ ਮਾਰ ਦਿੱਤਾ ਗਿਆ ਤੇ ਹੁਣ ਇਹ ਖਬਰਾਂ ਆ ਰਹੀਆਂ ਵੀ ਯੂਕਰੇਨ ਦੇ ਥਰੂ ਜੋ ਰਸ਼ੀਆ ਦੇ ਐਂਟੀ ਬੰਦੇ ਹੈਗੇ ਆ, ਰਸ਼ੀਅਨ ਜੋ ਖੁਦ ਰਸ਼ੀਅਨ ਹੈਗੇ ਆ, ਉਹਨਾਂ ਨੇ ਫਰਵਰੀ 2022 ਦੇ ਵਿੱਚ ਇਨਵੇਡ ਕੀਤਾ ਸੀ ਤੇ 2 ਜਿਹੜੀਆਂ ਆਇਲ ਦੀਆਂ ਰਿਫਾਈਨਰੀਜ਼ ਆ ਉਹਨਾਂ ਨੂੰ ਅੱਗ ਵੀ ਲਾਈ ਸੀਗੀ। ਇਲੀਆ ਪੋਨੋਮਰੇਵ ਕਰਕੇ ਇੱਕ ਜੋ ਸਾਬਕਾ ਮੈਂਬਰ ਆ ਰਸ਼ੀਅਨ ਡੂਮਾ ਦਾ,
ਤੇ ਪੋਲੀਟੀਕਲ ਹੈਡ ਫਰੀडम ਆਫ ਰਸ਼ੀਆ ਲੀਜਨ ਨੂੰ ਬਿਲੋਂਗ ਕਰਦਾ ਹੈਗਾ। ਉਹਨਾਂ ਨੇ ਟੈਲੀਗ੍ਰਾਮ ਜੋ ਇੱਕ ਮੈਸੇਜ ਆ ਉਹਦੇ ਰਾਹੀਂ ਕਿਹਾ ਵੀ ਅਸੀਂ ਜੁਆਇੰਟ ਆਪਰੇਸ਼ਨ ਇਹ ਕਰ ਰਹੇ ਹੈਗੇ ਆ ਰਸ਼ੀਅਨ ਵਲੰਟੀਅਰ ਕਾਰਪਸ ਤੇ ਸਾਈਬੇਰੀਅਨ ਬਟਾਲੀਅਨ ਨਾਲੋਂ। ਸੋ ਰਸ਼ੀਆ ਦੇ ਵਿੱਚ ਵੀ ਹੁਣ ਰਸ਼ੀਆ ਦੇ ਜਿਹੜੇ ਅਗੇਂਸਟ ਲੋਕ ਆ ਉਹਨਾਂ ਨੇ ਆਪਣੀ ਫੋਰਸ ਤਿਆਰ ਕਰਕੇ ਉਹ ਰਸ਼ੀਆ ਦੇ ਅਗੇਂਸਟ ਅਟੈਕ ਕਰ ਰਹੇ ਹੈਗੇ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਹੇਤੀ ਦੇ ਵਿੱਚ, ਕੈਰੇਬੀਅਨ ਮੁਲਕ ਹੇਤੀ ਦੇ ਵਿੱਚ ਇਵੈਂਚੁਅਲੀ ਜਿਹੜਾ ਦੇਖਿਆ ਗਿਆ ਵੀ ਉੱਥੇ ਦਾ ਜਿਹੜਾ ਪ੍ਰਧਾਨ ਮੰਤਰੀ ਏਰੀਅਲ ਹੈਨਰੀ ਉਸਨੇ ਹੁਣ ਅਸਤੀਫਾ ਦੇ ਦਿੱਤਾ ਆ। ਲਾ ਐਂਡ ਆਰਡਰ ਕਾਨੂੰਨ ਦੀ ਜਿਹੜੀ ਸਥਿਤੀ ਆ ਉਹ ਉੱਥੇ ਪੂਰੀ ਤਰ੍ਹਾਂ ਖਤਮ ਹੋ ਚੁੱਕੀ ਆ। ਉੱਥੋਂ ਦੇ ਜਿਹੜੇ ਗੈਂਗਸ ਆ ਉਹਨਾਂ ਨੇ ਮਿਲ ਕੇ ਕਹਿੰਦੇ ਆ ਵੀ ਇਸ ਦੇ ਉਲਟ ਮੋਰਚਾ ਜਿਹੜਾ ਖੋਲ੍ਹਿਆ ਸੀ। ਬਾਰਬੇਕਿਊ ਨਾਂ ਦਾ ਜਿਹੜਾ ਲੀਡਰ ਆ ਉਸ ਦੀ ਸ਼ੁਰੂ ਤੋਂ ਇਹ ਮੰਗ ਸੀ ਵੀ ਜਿਹੜਾ ਹੇਤੀ ਦਾ ਪ੍ਰਾਈਮ ਮਿਨਿਸਟਰ ਆ ਏਰੀਅਲ ਹੈਨਰੀ ਉਹ ਅਸਤੀਫਾ ਜਿਹੜਾ ਦੇਵੇ। ਏਰੀਅਲ ਹੈਨਰੀ ਪਿਛਲੇ ਕਈ ਸਾਲਾਂ ਤੋਂ ਇਹ ਭਰੋਸਾ ਦਿਵਾਉਂਦਾ ਆ ਰਿਹਾ ਆ, ਕਹਿੰਦਾ ਆ ਰਿਹਾ ਆ, ਕਹਿ ਲਓ ਵੀ ਜਾਂ ਸ਼ੁਨਸ਼ਨਾ ਦੇ ਰਿਹਾ ਉੱਥੋਂ ਦੇ ਲੋਕਾਂ ਨੂੰ ਵੀ ਮੈਂ ਬਹੁਤ ਜਲਦੀ ਇਲੈਕਸ਼ਨਾਂ ਕਰਾ ਕੇ ਆਪ ਲਾਂਭੇ ਹੋ ਜਾਊਂਗਾ। ਪਰ ਇਸ ਨੇ 2020 ਤੋਂ ਇਹ ਗੱਲ ਨੂੰ ਵਧਾਉਂਦੇ ਵਧਾਉਂਦੇ 2025 ਤੱਕ ਇਹ ਲੈ ਗਿਆ ਸੀਗਾ। ਫਿਰ ਉਸ ਤੋਂ ਬਾਅਦ ਦੇ ਵਿੱਚ ਉੱਥੇ ਦੇ ਜਿਹੜੇ ਲੋਕ ਆ, ਈਵਨ ਜਿਹੜੇ ਗੈਂਗਸ ਵਾਲੇ ਆ, ਉਹ ਇਕੱਠੇ ਹੋ ਕੇ ਹੁਣ ਇਸ ਦੇ ਉਲਟ ਆਏ ਸੀਗੇ। ਇਸ ਦੇ ਅਸਤੀਫੇ ਦੀ ਜਿਹੜੀ ਉਹ ਚਿਰ ਤੋਂ ਮੰਗ ਸੀ। ਜਦ ਇਹ ਕੀਨੀਆ ਦੇ ਵਿੱਚ ਗਿਆ ਸੀ ਤਾਂ ਇਸ ਨੂੰ ਵਾਪਸ ਨਾ ਉਤਰ ਜਾਵੇ ਹੇਤੀ ਦੇ ਵਿੱਚ, ਉਸ ਹਵਾਈ ਅੱਡੇ ਦੇ ਉੱਤੇ ਕਬਜ਼ਾ ਕਰਨ ਦੀ ਵੀ ਉਦੋਂ ਕੋਸ਼ਿਸ਼ ਕੀਤੀ ਗਈ ਸੀਗੀ। ਸੋ ਕਹਿੰਦੇ ਵੀ ਹੈਨਰੀ ਇਸ ਟਾਈਮ ਪੋਰਟੋਰੀਕੋ ਦੇ ਵਿੱਚ ਆ ਤੇ ਇਹ ਆਰਮਡ ਗੈਂਗਸ ਦੇ ਦੁਆਰਾ ਇਸ ਨੂੰ ਵਾਪਸ ਜਿਹੜਾ ਆ ਉਹ ਪਰਤਣ ਨਹੀਂ ਜਿਹੜਾ ਉਹ ਦਿੱਤਾ ਜਾ ਰਿਹਾ। ਇੱਕ ਵੀਡੀਓ ਐਡਰੈਸ ਦੇ ਜ਼ਰੀਏ ਇਸਨੇ ਆਪਣੇ ਅਸਤੀਫੇ ਨੂੰ ਜਿਹੜਾ ਉਹ ਐਲਾਨਿਆ ਆ ਤੇ ਉਹ ਕਹਿ ਰਿਹਾ ਵੀ ਜਿਹੜੇ ਹੇਤੀ ਦੇ ਲੋਕ ਆ ਉਹਨਾਂ ਨੂੰ ਜਿਹੜਾ ਕਾਮ ਆ ਵੀ ਉਹ ਸ਼ਾਂਤ ਜਿਹੜੇ ਉਹ ਰਹਿਣ। ਕਹਿੰਦੇ ਵੀ ਜਿਹੜੀ ਗਵਰਨਮੈਂਟ ਆ ਜਿਹਨੂੰ ਮੈਂ ਲੀਡ ਕਰ ਰਿਹਾ ਆ ਉਹ ਹੁਣੇ ਹੀ ਰਿਜ਼ਾਈਨ ਜਿਹੜੀ ਉਹ ਕਰੂਗੀ। ਉਨੀ ਦੇਰ ਤੱਕ ਇੱਕ ਟ੍ਰਾਂਜੀਸ਼ਨ ਕਾਉਂਸਲ ਆ ਉਸ ਨੂੰ ਬਣਾਇਆ ਜਾਊਗਾ। ਉਹਨੇ ਧੰਨਵਾਦ ਕੀਤਾ ਹੇਤੀ ਦੇ ਜਿਹੜੇ ਉਹ ਲੋਕਾਂ ਦਾ। ਪਰ ਜੇ ਦੇਖਿਆ ਜਾਵੇ ਤਾਂ ਹਰਜੋਤ ਸਿੰਘ ਜੀ, ਜਦੋਂ ਤੋਂ ਹੇਤੀ ਦੇ ਵਿੱਚ ਭੁਚਾਲ ਆਇਆ ਸੀਗਾ ਉਸ ਤੋਂ ਬਾਅਦ ਦੇ ਵਿੱਚ ਇੱਥੇ ਕਦੀ ਵੀ ਬਹੁਤੀ ਸਥਿਰਤਾ ਜਿਹੜੀ ਆ ਉਹ ਨਹੀਂ ਰਹੀ। ਹਾਲਾਤ ਬਹੁਤ ਮਾੜੇ ਹੋਏ ਸੀ। ਉਦੋਂ ਬਹੁਤ ਸਾਰੇ ਸ਼ਰਨ ਲੈਣ ਵਾਲੇ ਲੋਕਾਂ ਨੂੰ ਅਮਰੀਕਾ ਨੇ ਜਿਹੜੀ ਉਹ ਸ਼ਰਨ ਦਿੱਤੀ ਸੀ, ਜਿਨ੍ਹਾਂ ਦਾ ਜਿਹੜਾ ਪ੍ਰੋਟੈਕਟਿਡ ਸਰਵਿਸ ਆ ਸਟੇਟਸ ਆ ਉਹ ਅਜੇ ਵੀ ਕਈਆਂ ਦਾ ਚੱਲ ਰਿਹਾ ਹੈਗਾ ਆ। ਸੋ ਹੁਣ ਹੇਤੀ ਦੇ ਪ੍ਰਾਈਮ ਮਿਨਿਸਟਰ ਦੀ ਅਸਤੀਫੇ ਤੋਂ ਬਾਅਦ ਦੇ ਵਿੱਚ ਹੁਣ ਉੱਥੇ ਕੀ ਬਣਦਾ ਆ ਇਹ ਦੇਖਣ ਵਾਲੀ ਗੱਲ ਹੋਊਗੀ। ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜੇ ਕੈਦੀਆਂ ਨੂੰ ਉੱਥੇ ਰਿਹਾ ਕਰਵਾ ਲਿਆ ਗਿਆ ਸੀਗਾ ਤੇ ਸ਼ਰੇਆਮ ਇਹ ਕਹਿ ਰਹੇ ਸੀਗੇ ਵੀ ਇੱਥੇ ਫਿਰ ਸਿਵਲ ਵਾਰ ਹੋਊਗੀ ਜੇ ਇਹ ਪ੍ਰਾਈਮ ਮਿਨਿਸਟਰ ਆ ਇਹ ਅਸਤੀਫਾ ਨਹੀਂ ਦਿੰਦਾ। ਜੁਲਾਈ 2021 ਦੇ ਵਿੱਚ ਉੱਥੇ ਦਾ ਜਿਹੜਾ ਪ੍ਰੈਜ਼ੀਡੈਂਟ ਜੋਬਿਨਲ ਮੋਸੇ ਆ ਉਸ ਦੀ ਅਸੈਸੀਨੇਸ਼ਨ ਹੋਈ ਸੀ। ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਇੰਟਰਮ ਬੇਸਿਸ ਦੇ ਉੱਤੇ ਜੁਲਾਈ 2021 ਦੇ ਵਿੱਚ ਮੁਲਕ ਨੂੰ ਲੀਡ ਕਰਨ ਦੇ ਲਈ ਰੱਖਿਆ ਗਿਆ ਸੀ। ਇਹ ਇਲੈਕਸ਼ਨਾਂ ਪੋਸਟਪੋਨ ਕਰਵਾਉਂਦਾ ਰਿਹਾ ਇਹ ਕਹਿ ਕੇ ਵੀ ਪਹਿਲੋਂ ਸਿਕਿਉਰਿਟੀ ਆ ਉਹ ਪੂਰੀ ਤਰ੍ਹਾਂ ਰਿਸਟੋਰ ਹੋਵੇ ਤੇ ਹੁਣ ਸਾਰੀਆਂ ਗੱਲਾਂ ਇਸ ਦੇ ਹੱਥੋਂ ਬਾਹਰ ਜਿਹੜੀਆਂ ਹੋ ਚੁੱਕੀਆਂ ਸੀ। ਲੋਕ ਵੀ ਇਸ ਤੋਂ ਤੰਗ ਪਰੇਸ਼ਾਨ ਆ ਉਹ ਆ ਚੁੱਕੇ ਸੀ। ਪੁਲਿਸ ਉੱਥੇ ਦੀ ਬਹੁਤ ਵੀਕ ਆ। 40 ਤੋਂ ਵੱਧ ਕਹਿੰਦੇ ਥਾਣੇ ਆ ਉੱਥੇ, ਉੱਥੋਂ ਦੇ ਲੋਕਾਂ ਨੇ ਡਿਸਟਰੋਏ ਕਰ ਦਿੱਤੇ ਸੀ। ਆਰਮੀ ਛੋਟੀ ਜੀ ਆ ਤੇ ਉਹਨਾਂ ਦੇ ਕੋਲ ਕੋਈ ਬਹੁਤੇ ਹਥਿਆਰ ਵੀ ਉਮਦਾ ਨਹੀਂ ਹੈਗੇ। ਸੋ ਗੈਂਗ ਮੈਂਬਰਸ ਲਗਾਤਾਰ ਉੱਥੋਂ ਦੀ ਜਿਹੜੀ ਰਾਜਧਾਨੀ ਆ ਪੋਰਟੋ ਪ੍ਰਿੰਸ ਉਸ ਦੇ ਉੱਤੇ ਕਾਬਜ ਹੋਈ ਬੈਠੇ ਆ ਤੇ ਇਹੀ ਨਹੀਂ, ਸਰਕਾਰੀ ਜਿਹੜੇ ਹੈੱਡਕੁਆਟਰਸ ਆ ਕਈ ਉਹਨਾਂ ਦੀਆਂ ਮਿਨਿਸਟਰੀਆਂ ਦੇ, ਉਹਨਾਂ ਉੱਤੇ ਵੀ ਜਿਹੜੇ ਆ ਉਹ ਕਬਜ਼ਾ ਕਰੀ ਬੈਠੇ ਆ। ਹੁਣ ਇਵੈਂਚੁਅਲੀ ਇਹਨਾਂ ਨੂੰ ਹੁਣ ਰਾਹਤ ਦੀ ਲੋੜ ਪੈਣੀ ਆ। ਕੀ ਇੱਥੇ ਜਿਹੜਾ ਹੁਣ ਬਣ ਜਾ ਰਿਹਾ ਆ ਇਹ ਦੇਖਣ ਵਾਲੀ ਗੱਲ ਆ। ਗੈਂਗ ਜਿਹੜੇ ਤੇ ਕਹਿੰਦੇ ਵੀ ਇਸ ਟਾਈਮ ਇੱਕ ਨਵੀਂ ਪਾਵਰ ਸ਼ੇਅਰਿੰਗ ਡੀਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ, ਜਿਸ ਦੇ ਵਿੱਚ ਇੱਕ ਜਿਹੜੀ ਸਿਆਸੀ ਪਾਰਟੀ ਤੇ ਨਾਲ ਜਿਹੜੇ ਕੁਝ ਗੈਂਗਸ ਦੇ ਜਿਹੜੇ ਮੇਨ ਲੀਡਰਸ ਆ ਉਹ ਆਪਸ ਦੇ ਵਿੱਚ ਤਾਲਮੇਲ ਬਣਾ ਕੇ ਉੱਥੇ ਸਰਕਾਰ ਬਣਾਉਣ ਵੱਲ ਨੂੰ ਕਹਿੰਦੇ ਆ ਉਹ ਵੱਧ ਸਕਦੇ ਆ। ਜਿਹੜੇ ਏਰੀਅਲ ਹੈਨਰੀ ਆ ਕੀਨੀਆ ਦੇ ਵਿੱਚ ਇੱਕ ਡੀਲ ਸਾਈਨ ਕਰਨ ਦੇ ਲਈ ਗਏ ਸੀਗੇ ਵੀ ਸਾਨੂੰ ਜਿਹੜੇ ਉਹ ਫੌਜ ਦਿਓ। ਉੱਥੋਂ ਦੇ ਸੁਪਰੀਮ ਕੋਰਟ ਨੇ ਉਸ ਨੂੰ ਰੋਕਤਾ ਸੀ। ਇਹ ਦੁਬਾਰਾ ਉੱਥੇ ਗਿਆ ਸੀ ਪਰ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਲੈਂਡ ਜਿਹੜਾ ਆ ਇੱਥੇ ਨਹੀਂ ਸੀ ਹੋਣ ਦਿੱਤਾ ਗਿਆ। ਸੋ ਵਾਈਟ ਹਾਊਸ ਪਹਿਲਾਂ ਚਾਹੁੰਦਾ ਸੀਗਾ ਵੀ ਹੈਨਰੀ ਹੀ ਉੱਥੇ ਹੋਵੇ ਹੇਤੀ ਦੇ ਵਿੱਚ, ਵੀ ਟ੍ਰਾਂਜੀਸ਼ਨਲ ਪ੍ਰੋਸੈਸ ਜਿਹੜਾ ਹੋਵੇ,
ਪਰ ਹੁਣ ਕਹਿੰਦੇ ਵੀ ਇਸ ਤਰੀਕੇ ਦੇ ਨਾਲ ਹੈਨਰੀ ਦੀ ਵੀ ਹੁਣ ਸਪੋਰਟ ਜਿਹੜੀ ਆ ਉਹ ਹੁਣ ਅਮਰੀਕਾ ਨਹੀਂ ਕਰ ਰਿਹਾ ਹੈਗਾ। ਸੋ ਇਸ ਲਈ ਹੁਣ ਇਵੈਂਚੁਅਲੀ ਏਰੀਅਲ ਹੈਨਰੀ ਨੇ ਅਸਤੀਫਾ ਦੇ ਦਿੱਤਾ ਹੈ। ਅਗਲੀ ਖਬਰ ਵੱਲ ਚਲੀਏ। ਇੰਡੀਆ ਨੇ ਇੱਕ ਜੋ ਨਵਾਂ ਲਾ ਪਾਸ ਕੀਤਾ ਹੈ CAA ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ। ਇਹਦੇ ਮੁਤਾਬਕ ਜੇ ਕੋਈ ਹਿੰਦੂ ਆ, ਜੇ ਕੋਈ ਕ੍ਰਿਸਚਨ ਆ, ਜੇ ਕੋਈ ਸਿੱਖ ਆ, ਉਹ ਅਫਗਾਨਿਸਤਾਨ ਤੋਂ, ਪਾਕਿਸਤਾਨ ਤੋਂ, ਬੰਗਲਾਦੇਸ਼ ਤੋਂ, ਇਹਨਾਂ ਮੁਲਕਾਂ ਤੋਂ ਜੋ 2014 ਆ, ਜੋ ਦਸੰਬਰ 31 2014 ਤੋਂ ਪਹਿਲਾਂ ਇੰਡੀਆ ਦੇ ਵਿੱਚ ਆਇਆ, ਤੇ ਉਹ ਸਿਟੀਜ਼ਨਸ਼ਿਪ ਦੀ ਜਿਹੜੀ ਇੰਡੀਆ ਦੀ ਐਪਲੀਕੇਸ਼ਨ ਆਨਲਾਈਨ ਭਰ ਸਕਦਾ ਤੇ ਸਿਟੀਜ਼ਨਸ਼ਿਪ ਬਣ ਸਕਦੇ ਆ, ਐਕਸੈਪਟ ਮੁਸਲਮਾਨ। ਜੇ ਕੋਈ ਵੀ ਮੁਸਲਮਾਨ ਇਹਨਾਂ ਮੁਲਕਾਂ ਚੋਂ ਆ ਕੇ ਇੰਡੀਆ ਦੇ ਵਿੱਚ ਰਹਿ ਰਿਹਾ ਆ, ਤੇ ਉਹ ਉੱਥੇ ਦਾ ਸਿਟੀਜ਼ਨ ਇੰਡੀਆ ਦਾ ਨਹੀਂ ਬਣ ਸਕਦਾ ਹੈਗਾ। ਸੋ ਇਹ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਹੁਣੀ ਇੱਕ ਵਾਅਦਾ ਕੀਤਾ ਸੀ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ ਵੀ ਅਸੀਂ ਇਸ ਨੂੰ CEA ਜੋ ਹੈਗਾ ਆ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਇਸ ਨੂੰ ਲੈ ਕੇ ਆਵਾਂਗੇ। ਸੋ ਇਹਦੇ ਨਾਲ ਬਹੁਤ ਸਾਰਾ ਵਿਰੋਧ ਵੀ ਹੋ ਰਿਹਾ ਹੈਗਾ, ਕਿਉਂਕਿ 64 ਸਾਲਾਂ ਬਾਅਦ ਇਹ ਜਿਹੜਾ ਆ ਲਾ ਆ ਉਹ ਅਮੈਂਡ ਹੋਇਆ ਆ ਇੰਡੀਆ ਦੇ ਜੋ ਹਿਸਟਰੀ ਆ ਉਹਦੇ ਵਿੱਚ। ਸੋ ਅਸਾਮ ਦੇ ਵਿੱਚ, ਤਾਮਿਲਨਾਡੂ 'ਚ, ਵੈਸਟ ਬੰਗਾਲ 'ਚ, ਇਹਨਾਂ ਸਾਰੇ ਰਾਜਾਂ ਦੇ ਵਿੱਚ ਕਾਫੀ ਜਿਹੜਾ ਵਿਰੋਧ ਹੋ ਰਿਹਾ ਆ। ਕੇਰਲਾ ਦੇ ਵਿੱਚ ਵੀ ਵਿਰੋਧ ਹੋ ਰਿਹਾ ਆ, ਤੇ ਕਈ ਲੋਕ ਇਹ ਕਹਿ ਰਹੇ ਆ ਵੀ ਜਾਣ ਬੁੱਝ ਕੇ ਜਿਹੜਾ ਮੁਸਲਮਾਨ ਆ ਉਹਨਾਂ ਨੂੰ ਇਹ ਟਾਰਗੇਟ ਕੀਤਾ ਜਾ ਰਿਹਾ ਆ ਹੁਣ CEA ਦੇ ਅੰਡਰ। ਉਹ ਤੋਂ ਬਾਅਦ ਫਿਰ ਜਿਹੜੀਆਂ ਹੋਰ ਚੀਜ਼ਾਂ ਆ ਉਹ ਤੋਂ ਉੱਥੇ ਵੀ ਜਿਹੜਾ ਆ ਉਹਨਾਂ ਨੂੰ ਟਾਰਗੇਟ ਕੀਤਾ ਜਾਊਗਾ। ਬਹੁਤ ਸਾਰੇ ਜਿਹੜੇ ਲੋਕ ਆ ਉਹ ਇਸ ਬਿੱਲ ਦਾ ਅਪੋਜ਼ ਵੀ ਕਰਦੇ ਆ ਵੀ ਜੇ ਤੁਸੀਂ ਸਿਟੀਜ਼ਨਸ਼ਿਪ ਦੇਣੀ ਆ ਤੇ ਤੁਸੀਂ ਨੈਚੁਰਲੀ ਫਿਰ ਸਾਰਿਆਂ ਨੂੰ ਦਿਓ ਜਿਹੜੇ ਹੋਰ ਮੁਲਕਾਂ ਤੋਂ ਆ ਕੇ। ਇਹ ਤਾਂ ਇਦਾਂ ਹੋਇਆ ਵੀ ਅਮਰੀਕਾ ਦੇ ਵਿੱਚ ਜੇ ਮੈਕਸੀਕੋ ਤੋਂ ਲੋਕ ਆ ਰਹੇ ਆ ਤੇ ਅਮਰੀਕਾ ਦੀ ਸਰਕਾਰ ਕਹੇ ਵੀ ਜੋ ਮੈਕਸੀਕਨ ਮੂਲ ਦੇ ਲੋਕ ਆ ਉਹਨਾਂ ਨੂੰ ਅਸੀਂ ਸਿਟੀਜ਼ਨਸ਼ਿਪ ਨਹੀਂ ਦੇਣੀ, ਪਰ ਜੋ ਹੋਂਡਰਾਸ ਤੋਂ, ਐਲ ਸਾਲਵਾਡੋਰ ਤੋਂ, ਵੈਨਜ਼ੂਏਲਾ ਤੋਂ ਰਹਿ ਕੇ ਲੋਕ ਜੋ ਮੈਕਸੀਕੋ 'ਚ ਰਹਿ ਰਹੇ ਆ ਉਹਨਾਂ ਨੂੰ ਆਪਾਂ ਦੇਵਾਂਗੇ। ਸੋ ਇਸ ਬਿੱਲ ਦਾ ਜਿਹੜਾ ਵਿਰੋਧ ਵੀ ਹੋ ਰਿਹਾ ਆ, ਪਰ ਜੋ ਲੋਕ ਇੰਡੀਆ ਨੂੰ ਹਿੰਦੂ ਰਾਸ਼ਟਰ ਦੇਖਣਾ ਚਾਹੁੰਦੇ ਆ ਉਹ ਲੋਕ ਖੁਸ਼ ਬਹੁਤ ਆ ਵੀ ਹਾਂ ਇਹ ਇੱਕ ਵਧੀਆ ਲਾ ਜਿਹੜਾ ਨਰਿੰਦਰ ਮੋਦੀ ਦੀ ਸਰਕਾਰ ਆ ਉਹਨਾਂ ਨੇ ਬਣਾਇਆ ਹੈਗਾ। ਇਹ ਉਸੇ ਤਰੀਕੇ ਦੇ ਨਾਲ ਹੀ ਹਰਜੋਤ ਸਿੰਘ ਜੀ ਯਾਦ ਹੋਣਾ ਜਦੋਂ ਟਰੰਪ ਉਹਨਾਂ ਨੇ ਕਿਹਾ ਸੀਗਾ ਵੀ ਅਫਰੀਕਾ ਦੇ ਇਹਨਾਂ ਮੁਲਕਾਂ ਤੋਂ ਅਸੀਂ ਬੰਦੇ ਨਹੀਂ ਸੱਦਣੇ, ਆਉਣੇ ਆ ਤਾਂ ਸਵੀਡਨ, ਨਾਰਵੇ ਵਾਲੇ ਜਿਹੜੇ ਉਹ ਆਉਣ। ਇੱਥੇ ਵੀ ਖਾਸਾ ਉਸ ਚੀਜ਼ ਦਾ ਵਿਰੋਧ ਦੇਖਿਆ ਗਿਆ ਸੀਗਾ, ਤੇ ਉੱਥੇ ਕਈ ਲੋਕ ਕਹੀ ਜਾਂਦੇ ਵੀ ਤੁਸੀਂ ਕਾਹਤੋਂ ਬੋਲਦੇ ਆ, ਤੁਹਾਨੂੰ ਕੀ ਆ, ਤੁਹਾਨੂੰ ਤਾਂ ਉਹਨਾਂ ਨੇ ਸਿਟੀਜ਼ਨ ਬਣਾ ਹੀ ਦੇਣਾ ਆ, ਬਾਕੀਆਂ ਦੇ ਲਈ ਬੋਲਣ ਦੀ ਲੋੜ ਨਹੀਂ ਆ। ਸੋ ਇੱਕ ਦੇ ਨਾਲ ਧੱਕਾ ਇਵੈਂਚੁਅਲੀ ਸਾਰਿਆਂ ਦੇ ਨਾਲ ਧੱਕੇ ਦੀ ਪ੍ਰਵਾਨਗੀ ਹੁੰਦੀ ਆ। ਇਸ ਲਈ ਜਦੋਂ ਕਿਤੇ ਧੱਕਾ ਹੋ ਰਿਹਾ ਹੋਵੇ ਉਸ ਦੇ ਉਲਟ ਜਿਹੜਾ ਬੋਲਣਾ ਚਾਹੀਦਾ ਆ। ਪਹਿਲਾਂ ਵੀ ਕੁਛ ਸਾਲ ਪਹਿਲਾਂ ਹਰਜੋਤ ਸਿੰਘ ਯਾਦ ਹੋਣਾ ਜਦੋਂ ਇਹ ਲੱਗਣ ਦੀ ਕੋਸ਼ਿਸ਼ ਹੋਈ ਸੀ, ਖਾਸੇ ਜਿਹੜੇ ਆ ਪ੍ਰੋਟੈਸਟ ਵਗੈਰਾ ਹੋਏ ਸੀ, ਫਿਰ ਇਵੈਂਚੁਅਲੀ ਇਹਨਾਂ ਨੇ ਵਾਪਸ ਲਿਆ ਸੀ। ਉਧਰ SBI ਦੇ ਇਲੈਕਟਰਲ ਬੌਂਡਸ ਦਾ ਮਸਲਾ ਬਾਹਰ ਆਇਆ ਆ ਵੀ ਦੱਸੋ, ਉਹਦੇ ਬਾਰੇ ਦੱਸੋ, ਤੇ ਸ਼ਾਮ ਤਾਈਂ ਜਿਹੜਾ ਇਹਨਾਂ ਨੇ ਇਹ CAA ਆ ਉਹ ਲਾਗੂ ਕਰਨ ਦੀ ਜਿਹੜੀ ਉਹ ਗੱਲ ਆਖ ਦਿੱਤੀ ਆ। ਅੱਜ ਕੱਲ ਤਾਂ 24 ਘੰਟਿਆਂ ਦੇ ਲਈ ਇੱਕ ਕੋਈ ਖਬਰ ਆ ਹਰਜੋਤ ਸਿੰਘ ਜੀ, ਉੱਥੇ ਵੀ ਖਬਰ ਨਹੀਂ ਬਣੀ ਰਹਿੰਦੀ, ਖਾਸ ਕਰਕੇ ਉਦੋਂ ਜਦੋਂ ਜਿਹਦੇ ਵਿੱਚ ਭਾਜਪਾ ਜਿਹੜੀ ਆ ਉਹ ਘਿਰ ਰਹੀ ਹੋਵੇ। ਸੋ ਉਹਨਾਂ ਨੇ ਇੱਕ ਹੋਰ ਨਵੀਂ ਕੰਟਰੋਵਰਸੀ ਜਿਹੜੀ ਕ੍ਰੀਏਟ ਕਰਕੇ ਆਪਣੇ ਆਪ ਨੂੰ ਜਿਸ ਦੇ ਵਿੱਚ ਉਹ ਖਾਸੇ ਮਨੀ ਦੇ ਮਾਮਲੇ ਵਿੱਚ, ਰਾਸ਼ੀ ਦੇ ਮਾਮਲੇ 'ਚ, ਪੈਸਿਆਂ ਦੇ ਮਾਮਲੇ 'ਚ ਫਸਦੇ ਨਜ਼ਰ ਆ ਰਹੇ ਸੀ, ਆਪਣੇ ਆਪ ਨੂੰ ਕੱਢਣ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਕੀਤੀ ਹੈਗੀ ਆ। ਸੋ ਇਹ ਹੁਣ ਪ੍ਰਵਾਨਗੀ ਮਿਲਦੀ ਹੈ ਜਾਂ ਨਹੀਂ, ਇਹਦੇ ਬਾਰੇ ਆਪਾਂ ਜਿਹੜਾ ਉਹ ਦੇਖਦੇ ਹਾਂ। ਤੇ ਹਰਜੋਤ ਸਿੰਘ ਜੀ ਬ੍ਰੇਕ ਦਾ ਵਕਤ ਆ, ਬ੍ਰੇਕ ਤੋਂ ਬਾਅਦ ਦੇ ਵਿੱਚ ਜਿਹੜੀਆਂ ਹੋਰ ਖਬਰਾਂ ਆ ਉਸ ਉੱਤੇ ਆਪਾਂ ਚਰਚਾ ਜਿਹੜੀ ਉਹ ਕਰਾਂਗੇ। ਜੁੜੇ ਰਹੋ ਏਦਾਂ ਹੀ ਪੰਜਾਬੀ ਰੇਡੀਓ USA ਨਾਲ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ। ਮੈਂ ਰਾਜਕਰਮਜੀਤ ਸਿੰਘ, ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ। ਅਗਲੀਆਂ ਖਬਰਾਂ ਵੱਲ ਚਲੀਏ ਤੇ
ਏਅਰ ਐਨਵੀ ਜੋ ਹੈਗੀ ਆ ਕੰਪਨੀ, ਉਹਨਾਂ ਨੇ ਹੁਣ ਇਹ ਕਿਹਾ ਆ ਵੀ ਜੋ ਤੁਸੀਂ ਆਪਣਾ ਘਰ ਜਾਂ ਪ੍ਰਾਪਰਟੀ ਕਿਸੇ ਨੂੰ ਰੈਂਟ ਤੇ ਦਿੰਦੇ ਹੈਗੇ ਆ ਏਅਰ ਵੀਐਨਬੀ ਦੇ ਥਰੂ, ਤੇ ਉੱਥੇ ਇਨਸਾਈਡ ਤੁਸੀਂ ਜਿਹੜੇ ਕੈਮਰੇ ਆ ਉਹ ਨਹੀਂ ਲਾ ਸਕਦੇ ਹੈਗੇ। ਬਹੁਤ ਵਾਰ ਜੋ ਪ੍ਰਾਪਰਟੀ ਓਨਰਸ ਆ ਉਹਨਾਂ ਨੇ ਬਾਹਰ ਤਾਂ ਕੈਮਰੇ ਲਾਏ ਹੀ ਹੁੰਦੇ ਆ ਨੈਚੁਰਲੀ ਦੇਖਣ ਨੂੰ ਵੀ ਕੌਣ ਆ ਰਿਹਾ ਕੌਣ ਜਾ ਰਿਹਾ, ਪਰ ਇਨਸਾਈਡ ਰੂਮ ਵਿੱਚ ਜਾਂ ਕਿਸੇ ਲਿਵਿੰਗ ਰੂਮ 'ਚ ਜਾਂ ਕਿਚਨ ਦੇ ਵਿੱਚ ਕੈਮਰੇ ਨਹੀਂ ਲਾ ਸਕਦੇ। ਸੋ ਏਅਰ ਵੀਐਨਵੀ ਨੇ ਜੋ ਸੈਨ ਫਰਾਂਸਿਸਕੋ ਬੇਸਡ ਕੰਪਨੀ ਹੈਗੀ ਆ, ਤੇ ਇਹਨਾਂ ਨੇ ਇਹ ਜਿੰਨੇ ਵੀ ਉਹਨਾਂ ਦੇ ਕਸਟਮਰਸ ਆ ਉਹਨਾਂ ਨੂੰ ਇਹ ਈਮੇਲ ਲਿਖੀ ਹੈਗੀ ਆ ਵੀ ਤੁਸੀਂ ਇਹ ਇਲੀਗਲ ਆ, ਇਹਨਾਂ ਨੂੰ ਨਹੀਂ ਲਾ ਸਕਦੇ। ਜੀ ਆਪਾਂ ਆਲਰੇਡੀ ਦੇਖਿਆ ਹਰਜੋਤ ਸਿੰਘ ਜੀ, ਬਹੁਤ ਸਾਰੀਆਂ ਜਿਹੜੀਆਂ ਇਦਾਂ ਦੀਆਂ ਖਬਰਾਂ ਆਉਂਦੀਆਂ ਰਹੀਆਂ ਆ। ਘਰਾਂ ਦੇ ਵਿੱਚ ਅੰਦਰ ਕੈਮਰੇ ਕੀ, ਬਹੁਤ ਸਾਰੇ ਇਦਾਂ ਦੇ ਓਨਰ ਵੀ ਫੜੇ ਗਏ ਏਅਰਬੀਐਨਬੀ ਵਾਲੇ ਹੋਸਟ ਜਿਨ੍ਹਾਂ ਨੂੰ ਆਖਿਆ ਜਾਂਦਾ ਆ। ਉਹਨਾਂ ਨੇ ਬਾਥਰੂਮਾਂ ਦੇ ਵਿੱਚ ਤੇ ਹੋਰ ਅਜਿਹੀਆਂ ਥਾਵਾਂ ਦੇ ਉੱਤੇ ਜਿਹੜੇ ਵੀਡੀਓਗ੍ਰਾਫੀ ਜਿਹੜੀ ਉਹ ਕਰੀ ਜਾਂਦੇ ਸੀ, ਹਿਡਨ ਕੈਮਰੇ ਜਿਹੜੇ ਉਹ ਲਾਏ ਸੀਗੇ। ਬਹੁਤ ਰੌਲੇ ਜਿਹੜੇ ਉਹ ਪੈਂਦੇ ਰਹੇ ਆ। ਸੋ ਪਰ ਇਹਦੇ ਵਿੱਚ ਨਾਲ ਦੂਜਾ ਪੱਖ ਇਹ ਵੀ ਆ, ਉਹ ਕਹਿੰਦੇ ਵੀ ਅਸੀਂ ਤਾਂ ਲਾਉਂਦੇ ਵੀ ਅੰਦਰ ਜੇ ਕੋਈ ਖਰਾਬੀ ਕਰਦਾ ਹੈ, ਇਹ ਉਹ ਕਰਦਾ ਹੈ, ਤਾਂ ਉਹ ਚੀਜ਼ ਜਿਹੜੀ ਨਹੀਂ ਹੋਣੀ ਚਾਹੀਦੀ। ਪਰ ਪ੍ਰਾਈਵੇਸੀ ਦਾ ਫਿਰ ਇਸ ਦੇ ਵਿੱਚ ਰੌਲਾ ਆ ਰਿਹਾ ਹੈ। ਕੋਈ ਜੌਬ ਤੇ ਤਾਂ ਹੈ ਨਹੀਂ ਵੀ ਜੌਬ ਦੇ ਕੰਮ ਵਾਲੀ ਥਾਂ ਦੇ ਉੱਤੇ ਤੁਸੀਂ ਕੈਮਰੇ ਲਾਏ ਆ ਤੇ ਤੁਸੀਂ ਇਸ ਦੇ ਵਿੱਚ ਕੋਈ ਚੱਕਰ ਨਹੀਂ। ਸੋ ਕੋਈ ਰਹਿਣ ਦੇ ਲਈ ਆ। ਸੋ ਇਸੇ ਤਰੀਕੇ ਦੇ ਨਾਲ ਜੇ ਕੋਈ ਹੋਟਲ ਮੋਟਲ ਵਾਲੇ ਵੀ ਲਾਉਂਦੇ ਆ ਤਾਂ ਉਸ ਦਾ ਵੀ ਫਿਰ ਰੌਲਾ ਪੈਣਾ ਸੀ। ਸੋ ਹੁਣ ਏਅਰਬੀਐਨਬੀ ਵਾਲਿਆਂ ਨੂੰ ਵੀ ਇਹ ਚੀਜ਼ ਕਰਨ ਤੋਂ, ਇਨਸਾਈਡ ਘਰਾਂ ਦੇ ਵਿੱਚ ਕੈਮਰੇ ਲਾਉਣ ਤੋਂ ਰੋਕ ਲਾਈ ਗਈ ਹੈਗੀ ਆ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਹੈ ਇਹ ਬਹੁਤ ਧਿਆਨ ਦੇਣ ਵਾਲੀ ਆ। ਸਕੈਮਸ ਦੇ ਬਾਰੇ ਆਪਾਂ ਅਕਸਰ ਪ੍ਰੋਗਰਾਮ ਬਹੁਤ ਜਿਹੜੇ ਉਹ ਕਰਦੇ ਰਹਿੰਦੇ ਆ। ਠੱਗੀਆਂ ਦੇ ਰਿਕਾਰਡ ਟੁੱਟੇ ਨੇ ਅਮਰੀਕਾ ਦੇ ਵਿੱਚ। ਪਿਛਲੇ ਸਾਲ 2023 ਦੇ ਵਿੱਚ FBI ਦੇ ਆંકੜੇ ਇਹ ਦੱਸਦੇ ਆ ਵੀ ਸਕੈਮਰਸ ਦੇ ਦੁਆਰਾ, ਠੱਗਾਂ ਦੇ ਦੁਆਰਾ 1.3 ਬਿਲੀਅਨ ਡਾਲਰ, ਬੀ ਲਾਈਕ ਬॉय, 1.3 ਬਿਲੀਅਨ ਡਾਲਰ ਦੀਆਂ ਜਿਹੜੀਆਂ ਠੱਗੀਆਂ ਆ ਉਹ ਅਮਰੀਕਾ ਦੇ ਵਿੱਚ ਆਮ ਲੋਕਾਂ ਦੇ ਨਾਲ ਜਿਹੜੀਆਂ ਉਹ ਵਧੀਆਂ ਆ। 5 ਸਾਲਾਂ ਦੇ ਵਿੱਚ ਇਹ ਆંકੜਾ 178 ਮਿਲੀਅਨ ਤੋਂ ਵੱਧ ਕੇ 1.3 ਬਿਲੀਅਨ ਡਾਲਰ ਤੱਕ ਇਹ ਪਹੁੰਚ ਗਿਆ। 2022 ਦੇ ਵਿੱਚ ਵੀ ਇਹ 1 ਬਿਲੀਅਨ ਸੀ, ਇਹ 300 ਮਿਲੀਅਨ ਇਸ ਦੇ ਵਿੱਚ ਉਸ ਸਾਲ ਦੇ ਨਾਲੋਂ ਵੀ ਵੱਧ ਇਜ਼ਾਫਾ ਹੋਇਆ ਆ। ਸੋ ਕਹਿੰਦੇ ਵੀ ਇਹ ਰਿਕਾਰਡ ਤੋੜ ਠੱਗੀਆਂ ਜਿਹੜੀਆਂ ਇਹ ਵੱਜ ਰਹੀਆਂ ਆ। ਇੱਥੋਂ ਇਹੀ ਪਤਾ ਲੱਗਦਾ ਹੈ ਵੀ ਜਿਹੜੇ ਠੱਗ ਨੇ, ਨਵੀਆਂ ਤੋਂ ਨਵੀਆਂ ਸਕੀਮਾਂ ਜਿਹੜੀਆਂ ਉਹ ਘੜ ਰਹੇ ਨੇ ਤੇ ਆਮ ਲੋਕਾਂ ਦੀ ਮਿਹਨਤ ਦੀ ਜਿਹੜੀ ਕਮਾਈ ਆ ਉਹ ਇਸ ਤਰੀਕੇ ਦੇ ਨਾਲ ਠੱਗ ਰਹੇ ਆ। ਕਹਿੰਦੇ ਵੀ ਇਹਦੇ ਵਿੱਚ ਬਹੁਤਾਤ ਜਿਹੜੀਆਂ ਠੱਗੀਆਂ ਆ ਇਹ ਗਲਤ ਇਨਸਾਨ ਬਣ ਕੇ, ਜਾਂ ਇੰਪਰਸਨੇਸ਼ਨ ਜਿਸ ਨੂੰ ਕਹਿੰਦੇ ਆ, ਵੀ ਜੋ ਆਪ ਹੈ ਨਹੀਂ ਕੋਈ ਹੋਰ ਬਣ ਕੇ ਤੁਹਾਨੂੰ ਕਾਲ ਕਰਦੇ ਨੇ ਤੇ ਠੱਗਦੇ ਨੇ। ਕੋਈ ਆਟੋ ਦੀ ਵਾਰੰਟੀ ਵਾਲਾ ਆ ਜਾਂਦਾ ਆ, ਕਿਤੇ ਕੋਈ ਤੁਹਾਡੀ ਮੈਡੀਕੇਅਰ ਦੀ ਜਿਹੜੀ ਉਹ ਖਰਾਬ ਨਾ ਹੋ ਜਾਵੇ ਉਹ ਬਣ ਕੇ ਆ ਜਾਂਦਾ। ਕਦੇ ਤਾਂ ਇੱਥੋਂ ਤੱਕ ਵੀ ਨੌਬਤ ਆ ਜਾਂਦੀ ਹਰਜੋਤ ਸਿੰਘ ਜੀ, ਕਹਿੰਦੇ ਵੀ ਤੁਹਾਡਾ ਨਿਆਣੇ ਨੂੰ ਅਸੀਂ ਗ੍ਰਿਫਤਾਰ ਕਰ ਲਿਆ, ਅਸੀਂ ਪੁਲਿਸ ਵਾਲੇ ਆ, ਅਸੀਂ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਤੋਂ ਆ, ਬਾਰਡਰ ਪੈਟਰੋਲ ਏਜੰਟ ਤੋਂ ਆ, ਦਿਸ ਐਂਡ ਦੈਟ। ਜਿਹੜੀ ਕੋਈ ਉਹਨਾਂ ਦੇ ਮੂੰਹ 'ਚ ਗੱਲ ਆਉਂਦੀ ਆ ਉਹ ਬਣ ਕੇ ਤੁਹਾਡੇ ਨਾਲ ਇਦਾਂ ਕਰੀ ਜਾਂਦੇ ਆ। ਇੱਥੋਂ ਤੱਕ ਕਿ ਵੀ ਇਹ ਵੀ ਆਪਾਂ ਦੇਖਿਆ ਵੀ ਹੁਣ ਇਹ ਬਹੁਤ ਜ਼ਿਆਦੀਆਂ ਕਾਲਾਂ ਜਿਹੜੀਆਂ ਉਹ ਆਉਂਦੀਆਂ ਹੁੰਦੀਆਂ ਸੀ, ਤੁਹਾਡੇ ਬਿੱਲ ਅਸੀਂ ਅੱਧੇ ਕਰਾ ਦੇਣੇ ਆ। ਉਹ ਅੱਧੇ ਕਰਾਉਣ ਦੇ ਚੱਕਰ ਦੇ ਵਿੱਚ ਡੇਟਾ ਜਿਹੜਾ ਹੈ ਉਹ ਲੋਕਾਂ ਨੂੰ ਬਿੱਲ ਆ ਉਹ ਪੈਂਦਾ ਸੀਗਾ। ਮੈਡੀਕੇਅਰ ਬੈਨੀਫਿਟਸ, ਵਾਇਰਸ ਔਨ ਕੰਪਿਊਟਰ, ਜਾਂ ਸਰਕਾਰੀ ਮੁਲਾਜ਼ਮ ਬਣ ਕੇ ਇੰਪਰਸਨੇਟ ਕਰਕੇ ਕਹਿੰਦੇ ਵੀ ਲੋਕਾਂ ਨੂੰ ਸਭ ਤੋਂ ਵੱਧ ਠੱਗਿਆ ਜਿਹੜਾ ਹੋ ਜਾ ਰਿਹਾ ਆ। FBI ਨੇ ਦੱਸਿਆ ਵੀ 2019 ਦੇ ਵਿੱਚ ਉਹਨਾਂ ਨੂੰ 27,500 ਤੇ 6 ਕੰਪਲੇਂਟਸ ਜਿਹੜੀਆਂ ਉਹ ਆਈਆਂ, ਜਿਸ ਦੇ ਵਿੱਚ ਇਹ ਪਤਾ ਲੱਗਾ ਸੀਗਾ ਵੀ ਸਰਕਾਰੀ ਜਾਂ ਟੈਕ ਸਪੋਰਟ ਇੰਪਰਸਨੇਸ਼ਨ ਸਕੈਮ ਜਿਹੜੇ ਉਹ ਚੱਲ ਰਹੇ ਸੀ। ਉਹਦੇ ਵਿੱਚ 178.3 ਮਿਲੀਅਨ ਡਾਲਰ ਦੇ ਠੱਗੀਆਂ ਵੱਜੀਆਂ। ਸੋ ਇਹੀ ਆંકੜਾ ਇਸੇ ਤਰੀਕੇ ਦੇ ਨਾਲ ਵੱਧ ਕੇ 51,750 ਰਿਪੋਰਟਸ ਤੱਕ ਪਹੁੰਚਿਆ ਤੇ ਠੱਗੀ ਵੱਜਣ ਦੀ ਜਿਹੜੀ ਰਾਸ਼ੀ ਆ ਉਹ 1.3 ਬਿਲੀਅਨ ਡਾਲਰ ਦੇ ਉੱਤੇ ਜਾ ਪਹੁੰਚੀ ਹੈਗੀ ਆ। ਸੋ ਟੈਕ ਸਪੋਰਟ ਸਕੈਮਸ ਬਹੁਤ ਕਾਮਨ ਜਿਹੜੇ ਆ ਇਸ ਦੇ ਵਿੱਚ ਰਹੇ ਆ। ਹੁਣ ਕੀ ਹੋ ਗਿਆ ਹਰਜੋਤ ਸਿੰਘ ਜੀ, AI ਦੀ ਇਜਾਦ ਹੋਣ ਦੇ ਨਾਲ ਸਕੈਮਰਸ ਕੀ ਕਰ ਰਹੇ ਆ ਵੀ ਜਿਹੜੀ ਜਨਰੇਟਿਵ AI ਟੂਲਸ ਆ ਉਹਦੀ ਵਰਤੋਂ ਕਰਦੇ ਹੋਏ ਕਿਸੇ ਦੀ ਆਵਾਜ਼ ਦੀ ਨਕਲ ਜਿਹੜੀ ਉਹ ਬਣਾ ਕੇ 2-3 ਸੈਕਿੰਡ ਦਾ ਜਿਹੜਾ ਕਲਿੱਪ ਬਣਾ ਕੇ ਤੁਹਾਡੇ ਨਾਲ
ਉਹ ਇਸ ਤਰੀਕੇ ਦੇ ਨਾਲ ਠੱਗਣ ਦੀ ਕੋਸ਼ਿਸ਼ ਕਰ ਰਹੇ ਹੈਗੇ ਆ। ਬਹੁਤ ਸਾਰੇ ਜਿਹੜੇ ਟੈਕ ਸਪੋਰਟ ਸਕੈਮਸ ਆ ਜਾਂ ਵੈਬ ਪੌਪ-ਅਪ ਐਡਵਰਟਾਈਜ਼ਮੈਂਟ ਆ, ਉਹ FTC ਵਾਲੇ ਬੈਨ ਤਾਂ ਕਰੀ ਜਾਂਦੇ ਆ, ਪਰ ਫਿਰ ਵੀ ਉਹ ਇੰਨੀ ਤੇਜ਼ੀ ਦੇ ਨਾਲ ਇੱਕ ਰੋਕਦੇ ਆ ਤਾਂ 10 ਜਿਹੜੇ ਆ ਉਹ ਹੋਰ ਆ ਜਾਂਦੇ ਆ। ਸੋ ਕਹਿੰਦੇ ਵੀ ਹਰ ਉਮਰ ਵਰਗ ਦੇ ਵਿੱਚ ਲੋਕਾਂ ਦੇ ਨਾਲ ਠੱਗੀ ਜਿਹੜੀ ਉਹ ਲੱਗੀ ਆ, ਪਰ ਸਭ ਤੋਂ ਵੱਧ ਜਿਹੜੇ 60 ਸਾਲ ਦੀ ਉਮਰ ਤੋਂ ਵੱਧ ਦੇ ਆ, 40% ਜਿਹੜੀਆਂ ਕੁੱਲ ਠੱਗੀਆਂ ਦੇ ਵਿੱਚੋਂ 40% ਲੋਕ ਅਜਿਹੇ ਨੇ ਜਿਨ੍ਹਾਂ ਨੇ 60% ਤੋਂ ਉੱਤੇ ਜਿਹੜਾ ਉਹ ਜਿਹੜੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਿਆ ਹੈਗਾ। ਸੋ ਇੱਕੋ ਇੱਕ ਬਿਜ਼ਨਸ ਆ ਜਿਹੜਾ ਅਮਰੀਕਾ 'ਚ ਇਸ ਵੇਲੇ ਬੜਾ ਥਰਾਈਵ ਕਰ ਰਿਹਾ, ਬਹੁਤ ਉਹ ਉੱਤੇ ਜਾ ਰਿਹਾ ਆ। 2019 ਦੇ ਵਿੱਚ $178.3 ਮਿਲੀਅਨ ਦੀ ਇਹਨੀ ਠੱਗੀ ਕੀਤੀ ਸੀ। 2020 'ਚ ਵੱਧ ਕੇ 256.4 ਮਿਲੀਅਨ ਹੋ ਗਈ। 21 ਦੇ ਵਿੱਚ 490.3 ਮਿਲੀਅਨ, 2022 'ਚ 1 ਬਿਲੀਅਨ ਤੇ 2023 'ਚ 1.3 ਬਿਲੀਅਨ। ਮੈਜੋਰਟੀ 'ਚ ਇਹ ਜਿਹੜੇ ਠੱਗ ਹੈਗੇ ਆ ਉਹ ਇੰਡੀਆ ਤੋਂ ਹੈਗੇ ਆ। ਤੁਹਾਨੂੰ ਪਤਾ, ਤੁਹਾਨੂੰ ਵੀ ਕਾਲਾਂ ਆਉਂਦੀਆਂ ਹੈਗੀਆਂ ਜੀ, ਤੁਹਾਡਾ ਉੱਥੇ ਇਮੀਗ੍ਰੇਸ਼ਨ ਦਾ ਰੌਲਾ ਪੈ ਗਿਆ, ਤੁਹਾਨੂੰ ਬਿਜਲੀ ਦੇ ਬਿੱਲ ਅੱਧੇ ਕਰ ਦਾਂਗੇ। ਹੁਣ ਮੈਡੀਕੇਅਰ ਬੈਨੀਫਿਟ ਦਾ ਵੀ ਜੀ, ਤੁਹਾਡੀ ਮੈਡੀਕੇਅਰ ਇੰਸ਼ੋਰੈਂਸ ਕੈਂਸਲ ਹੋ ਜਾਣੀ ਆ, ਤੁਸੀਂ ਫੀਸ ਮਿਸ ਕਰ ਗਏ ਆ। ਤੇ ਮੋਸਟਲੀ ਜਿਹੜੇ ਬਜ਼ੁਰਗ ਆ 60 ਸਾਲਾਂ ਤੋਂ ਉੱਪਰ ਹੈਗੇ ਆ, ਉਹਨਾਂ ਨੂੰ ਇਹ ਟਾਰਗੇਟ ਕਰਦੇ ਹੈਗੇ ਆ। ਸੋ ਉਹਨਾਂ ਨੂੰ ਇੱਕ ਤਾਂ ਇਹ ਆ ਵੀ ਜਵਾਬ ਦਿਓ ਚੱਜ ਨਾਲ, ਜਿਹੜਾ ਜਦੋਂ ਕੋਈ ਤੁਹਾਨੂੰ ਇਦਾਂ ਦਾ ਕਾਲ ਕਰਦਾ। ਦੂਜਾ ਇਹ ਆ ਵੀ FBI ਇਹ ਕਹਿ ਰਹੀ, ਕੋਈ ਵੀ ਜਿਹੜੀ ਗਵਰਨਮੈਂਟ ਦੀ ਏਜੰਸੀ ਆ, ਚਾਹੇ ਉਹ IRS ਆ, ਚਾਹੇ ਉਹ ਸੋਸ਼ਲ ਸਿਕਿਉਰਿਟੀ ਆ, ਕੋਈ ਵੀ ਜਿਹੜੀ ਗਵਰਨਮੈਂਟ, ਚਾਹੇ ਉਹ ਇਮੀਗ੍ਰੇਸ਼ਨ ਵੀ ਆ, ਉਹ ਫੋਨ ਦੇ ਉੱਤੇ ਕਦੇ ਵੀ ਤੁਹਾਡੇ ਨਾਲ ਗੱਲਬਾਤ ਨਹੀਂ ਕਰਦੇ। ਉਹ ਤੁਹਾਨੂੰ ਈਮੇਲ ਵੀ ਨਹੀਂ ਕਰਦੇ ਹੈਗੇ, ਉਹ ਤੁਹਾਨੂੰ ਰਜਿਸਟਰ ਲੈਟਰ ਭੇਜਦੇ ਹੈਗੇ ਆ। ਸੋ ਕਦੇ ਵੀ ਇਦਾਂ ਦੇ ਲੋਕਾਂ ਨੂੰ ਜੋ ਆ ਉਹ ਪੈਸੇ ਨਾ ਦਿਓ। ਅਸੀਂ ਵਾਰ-ਵਾਰ ਪਿਛਲੇ 13 ਸਾਲਾਂ ਤੋਂ ਰੇਡੀਓ ਤੇ ਦੱਸਦੇ ਰਹੇ ਆ। ਬਹੁਤ ਸਾਰੇ ਆਪਣੇ ਲੋਕ ਵੀ ਲੁੱਟ ਹੋਏ ਆ। ਫਿਰ ਜਦੋਂ ਲੁੱਟ ਹੋ ਜਾਂਦੇ ਆ, ਜਿਹੜਾ ਥੋੜਾ ਜਿਹਾ ਦਲੇਰ ਹੁੰਦਾ ਉਹ ਕਾਲ ਕਰਕੇ ਦੱਸ ਦਿੰਦਾ, ਭਾਜੀ ਵੀ ਮੇਰੇ ਨਾਲ ਏਦਾਂ ਹੋਇਆ, ਤੁਸੀਂ ਰੇਡੀਓ ਤੇ ਜ਼ਰੂਰ ਦੱਸ ਦਿਓ ਕਿ ਕਿਸੇ ਹੋਰ ਨਾਲ ਨਾ ਹੋ ਜਾਏ। ਕਈ ਫਿਰ ਜਿਹੜੇ ਸੰਗ ਦੇ ਮਾਰੇ ਆ, ਸ਼ਰਮ ਦੇ ਮਾਰੇ, ਉਹ ਨਹੀਂ ਦੱਸਦੇ ਹੈਗੇ। ਕੋਈ ਹੋਇਆ ਹੋਵੇ ਤੁਹਾਨੂੰ ਦੱਸਣਾ ਜ਼ਰੂਰ ਚਾਹੀਦਾ। ਚਲੋ ਹੁਣ ਤੁਸੀਂ ਤਾਂ ਚਲੋ ਸ਼ਿਕਾਰ ਹੋ ਗਏ ਇਸ ਫਰਾਡ ਦਾ, ਘੱਟੋ ਘੱਟ ਤੁਹਾਡਾ ਹੋਰ ਕੋਈ ਭੈਣ ਭਰਾ ਜਿਹੜਾ ਆ ਉਹ ਬਚ ਜਾਏ, ਕਿਉਂਕਿ ਹਰ ਰੋਜ਼ ਨਵੇਂ ਤੋਂ ਨਵਾਂ ਤਰੀਕਾ ਜੀ। ਤੁਹਾਡਾ ਜਿਹੜਾ ਕੰਪਿਊਟਰ ਆ ਉਹਦੇ 'ਚ ਵਾਇਰਸ ਆ ਗਈ ਆ, ਹਨਾ। ਇਹ ਬੜਾ ਖਾਸ ਕਰਕੇ ਜਿਹੜੇ 60 ਸਾਲ ਤੋਂ ਉੱਪਰ ਵਾਲੇ ਲੋਕ ਆ ਹਰਜੋਤ ਸਿੰਘ ਜੀ, ਅਗਲੇ ਆંકੜੇ ਹੋਰ ਵੀ ਸਨਸਨੀਖੇਜ ਨੇ। ਇਹ FBI ਨੇ ਦੱਸਿਆ ਜਿਹੜੇ ਇੰਪਰਸਨੇਸ਼ਨ ਸਕੈਮਸ ਦੇ ਵਿੱਚ 1.3 ਬਿਲੀਅਨ ਦਾ ਓਵਰਆਲ ਫਰਾਡ ਹੋਇਆ। FTC ਫੈਡਰਲ ਟ੍ਰੇਡ ਕਮਿਸ਼ਨ ਕਹਿੰਦੀ ਆ 2023 ਦੇ ਵਿੱਚ ਕੁੱਲ ਠੱਗੀਆਂ ਦੀ ਕੀਮਤ 10 ਬਿਲੀਅਨ ਤੋਂ ਪਾਰ ਸੀਗੀ। ਇਹ ਤਾਂ ਸਿਰਫ ਵੀ ਸਰਕਾਰੀ ਬਣ ਕੇ ਜਾਂ ਟੈਕ ਸਪੋਰਟ ਬਣ ਕੇ ਤਾਂ 1.3 ਆ। ਓਵਰਆਲ ਠੱਗੀਆਂ $10 ਬਿਲੀਅਨ ਦੀਆਂ। ਇਹ ਮੂੰਹੋਂ ਕਹਿ ਦੇਣਾ ਜਿਹੜਾ ਉਹ ਸੌਖਾ ਆ। ਇੰਨੀ ਕੁ ਰਾਸ਼ੀ ਯੂਕਰੇਨ ਇਜ਼ਰਾਈਲ ਨੂੰ ਘੱਲਣ ਨੂੰ ਲੈ ਕੇ ਕਾਂਗਰਸ ਦੇ ਵਿੱਚ ਲਾਲਾ ਹੋਈ ਪਈ ਆ। 1 ਸਾਲ ਦੇ ਵਿੱਚ ਲੋਕਾਂ ਨੇ ਇੰਨੇ ਪੈਸੇ ਜਿਹੜੇ ਆ, ਇੰਨੇ ਡਾਲਰ ਜਿਹੜੇ ਉਹ ਗਵਾ ਲਏ ਆ। ਸੋ ਲਗਾਤਾਰ ਹਰ ਸਾਲ ਲੋਕਾਂ ਦੇ ਇੱਥੇ ਠੱਗੀਆਂ ਜਿਹੜੀਆਂ ਆ ਉਹ ਲੱਗ ਰਹੀਆਂ ਆ। 6 ਲੱਖ ਤੇ 90,000 ਲੋਕ ਜਿਹੜੇ ਆ ਸਕੈਮ ਦੇ ਵਿੱਚ ਪੈਸੇ ਜਿਹੜੇ ਆ ਉਹ ਦੇ ਚੁੱਕੇ ਆ। ਫੈਡਰਲ ਟ੍ਰੇਡ ਕਮਿਸ਼ਨ ਦੇ ਵਿੱਚ ਕਹਿੰਦੇ ਮੀਡੀਅਨ ਐਵਰੇਜ ਪ੍ਰਾਈਸ ਲਾਸ ਇੱਕ ਸਕੈਮ ਦੇ ਵਿੱਚ $500 ਉਹ ਦੇਖਿਆ ਗਿਆ ਆ। ਇਹ ਪਿਛਲੇ ਸਾਲ 6,24,000 ਲੋਕਾਂ ਦੇ ਨਾਲ ਠੱਗੀ ਵੱਜੀ ਸੀ। ਇਸ ਵਾਰ ਵੱਧ ਕੇ 6,90,000 ਨਾਲ। ਇਹ ਸਗੋਂ ਜਦੋਂ ਪਤਾ ਲੱਗੇ ਤਾਂ ਲੋਕਾਂ ਦੀ ਘੱਟ ਠੱਗੀ ਵੱਜਣੀ ਚਾਹੀਦੀ ਆ, ਪਰ ਤੁਸੀਂ ਦੇਖੋ ਵੀ ਲੋਕ ਉਹਨਾਂ ਦੀਆਂ ਗੱਲਾਂ ਦੇ ਵਿੱਚ ਕਿੱਦਾਂ ਆ ਰਹੇ ਆ। ਇਹ ਜਿਹੜੇ ਠੱਗ ਨੇ ਬਹੁਤ ਜ਼ਿਆਦਾ ਮਾਹਰ ਬਣਦੇ ਜਾ ਰਹੇ ਨੇ। ਇਹ ਤਾਂ ਹੁਣ ਪ੍ਰੋਫੈਸ਼ਨਲ ਬਿਜ਼ਨਸ ਬਣ ਗਿਆ ਆ। $10 ਬਿਲੀਅਨ ਦੀ ਇੰਡਸਟਰੀ ਜੇ ਤੁਸੀਂ ਦੇਖੋ ਠੱਗੀ ਕਰਨ ਵਾਲਿਆਂ ਦੀ, ਤਾਂ ਇਹ ਦੇਖੋ ਕਿੰਨਾ ਜਿਹੜਾ ਚੀਜ਼ ਆ ਉਹ ਹੋਈ ਆ। ਸਕੈਮ ਜਿਹੜੇ ਐਜ਼ ਏ ਗਵਰਨਮੈਂਟ ਅਫੀਸ਼ੀਅਲ ਜਾਂ ਸਰਵਿਸਿਜ਼ ਮਿਮਿਕ ਕਰਦੇ ਆ, ਉਹ 15% ਉਹਨਾਂ ਦੇ ਵਿੱਚ ਇਜ਼ਾਫਾ ਹੋਇਆ ਆ। ਮੇਜਰ ਰੀਟੇਲਰ ਜਾਂ ਟੈਕ ਸਪੋਰਟ ਵਾਲੇ, ਉਹਦੇ ਵਿੱਚ 18% ਇਜ਼ਾਫਾ ਜਿਹੜਾ ਉਹ ਹੋਇਆ ਹੈਗਾ ਆ। ਸੋ ਇਹ ਭਾਈ ਜਰਾ ਬਚ ਕੇ ਜਿਹੜਾ ਉਹ ਚੱਲੋ। ਇਹੀ ਨਹੀਂ, ਕਈ ਵੈਲੈਂਟਾਈਨ ਦੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ $53 ਮਿਲੀਅਨ ਦੇ ਲੋਕਾਂ ਨੂੰ ਚੂਨਾ ਲਾ ਗਏ ਲੋਕ ਵੀ ਮੈਂ ਤੇਰੀ ਮਹਿਬੂਬਾ ਜੀ, ਮੈਂ ਤੇਰਾ ਜਿਹੜਾ ਆ ਉਹ ਬਣਦਾ ਆ ਘਰ ਵਾਲਾ ਜਾਂ ਘਰ ਵਾਲੀ, ਹਨਾ ਵੀ ਉਹ ਰੌਲੇ ਦੇ ਵਿੱਚ ਵੀ ਲੋਕ $53 ਮਿਲੀਅਨ ਠੱਗੀ ਜਿਹੜੀ ਉਹ ਮਰਾ ਗਏ ਆ। ਸੋ ਭਾਈ ਜਿਹੜਾ ਬਚ ਕੇ ਚੱਲੋ, ਨਥਿੰਗ ਇਜ਼ ਫ੍ਰੀ ਇਨ ਦਿਸ ਵਰਲਡ। ਇਹ ਜਿਹੜੀ ਚੀਜ਼ ਨੂੰ ਉਹ ਜਿਹੜਾ ਸਮਝ ਕੇ ਚੱਲਿਆ ਜਾਵੇ। ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਆ ਇਹ ਹੋਰ ਵੀ ਬਹੁਤ ਜ਼ਿਆਦਾ ਖਤਰਨਾਕ ਹੋਊਗੀ। ਤੁਸੀਂ ਹਰ ਮੰਗਲਵਾਰ ਸੋਮਵਾਰ ਨੂੰ ਤੁਸੀਂ ਸ਼ੋਅ ਸੁਣਦੇ ਹੋ ਹਰਵਿੰਦਰ ਸਿੰਘ ਕੰਗ ਤੇ ਰਾਜ ਕਰਨਵੀਰ ਸਿੰਘ ਉਹਨਾਂ ਦੇ ਨਾਲ। ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਹੋਣਾ ਕਿਸ ਤਰ੍ਹਾਂ ਇਮਰਾਨ ਖਾਨ ਜੇਲ੍ਹ ਦੇ ਵਿੱਚ ਆ, ਪਰ
ਉਸ ਦੀ ਹੀ ਆਵਾਜ਼ ਦੇ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ ਯੂਜ਼ ਕਰਕੇ ਸਾਰੇ ਲੋਕਾਂ ਨੂੰ ਮੈਸੇਜ ਭੇਜੀ ਜਾਂਦੀ ਆ। ਹੁਣ ਕੀ ਆ ਵੀ ਜਿੰਨੇ ਵੀ ਲੋਕ ਆਪਾਂ ਫੇਸਬੁੱਕ, YouTube ਤੇ ਆ, ਈਵਨ ਜਿੱਦਾਂ ਮੈਂ ਬੋਲਦਾ ਆ, ਮੇਰੀ ਆਵਾਜ਼ ਬਾਹਰ ਆ, ਸੋ ਮੇਰੀ ਆਵਾਜ਼ ਦੇ ਵਿੱਚ ਹੀ ਉਹ ਕੋਈ ਨਾ ਕੋਈ ਮੈਸੇਜ ਕ੍ਰੀਏਟ ਕਰਕੇ ਕਿਸੇ ਨੂੰ ਭੇਜ ਸਕਦੇ ਆ। ਸੋ ਏਦਾਂ ਇੰਨਾ ਜ਼ਿਆਦਾ ਜਿਹੜਾ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਨਾਲ ਈਜ਼ੀ ਹੋ ਗਿਆ ਤੇ ਤੁਹਾਨੂੰ ਸੱਚਮੁੱਚ ਹੀ ਲੱਗਣਾ ਆ ਵੀ ਉਹ ਮੈਂ ਹੀ ਤੁਹਾਨੂੰ ਜਿਹੜੀ ਆ ਉਹ ਕਾਲ ਕਰ ਰਿਹਾ ਹੈਗਾ। ਸੋ ਇਦਾਂ ਦੇ ਜਿਹੜੇ ਫਰਾਡ ਤੋਂ ਬਚੋ। ਇੱਕ ਹੋਰ ਸਾਡੇ ਸਰੋਤੇ ਆ, ਉਹ ਕਹਿੰਦੇ ਆ ਵੀ ਉਹਨਾਂ ਦਾ ਜਿਹੜਾ ਸਨ ਸੀ ਉਹ ਕਾਫੀ ਡਿਪਰੈਸ਼ਨ ਚ, ਸਟ੍ਰੈਸ ਚ ਚਲਾ ਗਿਆ ਤੇ ਕੁਝ ਮਹੀਨਿਆਂ ਬਾਅਦ ਮੈਂ ਪੁੱਛਿਆ ਵੀ ਚੱਕਰ ਕੀ ਆ, ਤੇ ਉਹ ਕਹਿੰਦਾ ਵੀ ਮੈਨੂੰ ਕਾਲਾਂ ਆ ਰਹੀਆਂ ਵੀ ਤੇਰੀ ਜਿਹੜੀ ਸਰਜਰੀ ਹੋਈ ਸੀ ਉਹਦੀ ਕੋ ਪੇਮੈਂਟ $99,000 ਦੀ ਰਹਿੰਦੀ ਹੈਗੀ ਆ, ਵਾਓ। $89,000 ਦੀ। ਸੋ ਤੇ ਕਹਿੰਦੇ ਠੱਗਣ ਦੀ ਜਦੋਂ ਮੈਂ ਕੋਸ਼ਿਸ਼। ਕਾਲ ਕੀਤਾ ਉੱਥੇ ਪਤਾ ਲੱਗਿਆ ਤੇ ਉਹ ਤਾਂ ਫਰਾਡ ਹੀ ਸੀ। ਸੋ ਕਈ ਵਾਰੀ ਜਿਹੜੇ ਇੱਥੇ ਦੇ ਨਿਆਣੇ ਵੀ ਬੋਰਨ ਨਿਆਣੇ ਆ ਨਾ, ਉਹ ਭੋਲੇ ਹੈਗੇ ਸਿੱਧੇ, ਉਹਨਾਂ ਨੂੰ ਵੀ ਨਹੀਂ ਪਤਾ ਲੱਗਦਾ। ਨਹੀਂ ਦੇਖੋ ਹਰਜੋਤ ਸਿੰਘ ਤੇ ਜੀ, ਇਹ ਚ ਕੋਈ ਸਿਆਣੇ ਤੋਂ ਸਿਆਣਾ ਬੰਦਾ, ਹੁਸ਼ਿਆਰ ਤੋਂ ਹੁਸ਼ਿਆਰ, ਕੋਈ PhDਆਂ ਵਾਲੇ, ਤਾਂ ਆਮ ਲੋਕ ਤੋਂ ਲੈ ਕੇ ਤਾਂ ਹਰ ਇੱਕ ਤੱਕ ਜਿਹੜਾ ਫਸ ਜਾਂਦਾ। ਹੈਲਥ ਕੇਅਰ ਦੀ ਗੱਲ ਕੀਤੀ, ਹੈਲਥ ਕੇਅਰ ਤੇ ਪਬਲਿਕ ਹੈਲਥ ਦੇ ਵਿੱਚ 2023 ਵਿੱਚ ਸਭ ਤੋਂ ਵੱਧ ਕਹਿੰਦੇ ਸਕੈਮ ਹੋਏ ਆ। ਇਹਨਾਂ ਦੇ ਵਿੱਚ ਸਭ ਤੋਂ ਵੱਧ ਜਿਹੜੇ ਵਿਕਟਮ ਬਣੇ ਆ, ਇੱਥੋਂ ਤੱਕ ਕਿ ਹਸਪਤਾਲਾਂ ਨੂੰ ਜਾਂ ਇਹਨਾਂ ਸੰਸਥਾਵਾਂ ਦੇ ਉੱਤੇ 200 250 ਵਾਰ ਤਕਰੀਬਨ ਰੈਂਸਮਵੇਅਰ ਅਟੈਕ ਜਿਹੜੇ ਉਹ ਹੋਏ ਸੀਗੇ। ਸੋ ਹਾਲਾਤ ਬਹੁਤ ਮਾੜੇ ਨੇ। ਸਕੈਮਰਸ ਨਿਤ ਨਵੇਂ ਚੀਜ਼ਾਂ ਜਿਹੜੀਆਂ ਆਏ ਦਿਨ ਆ ਉਹ ਘੜ ਰਹੇ ਨੇ। ਸੋ ਜਰਾ ਬਚ ਕੇ ਮੋੜ ਤੋਂ। ਤੇ ਹਰਜੋਤ ਸਿੰਘ ਜੀ, ਇੱਕ ਬ੍ਰੇਕ ਲੈਂਦੇ ਆ। ਬ੍ਰੇਕ ਤੋਂ ਬਾਅਦ ਦੇ ਵਿੱਚ ਬੋਇੰਗ ਜਹਾਜ਼ ਨੂੰ ਲੈ ਕੇ FAA ਦੀ ਆਡਿਟ ਰਿਪੋਰਟ ਕੀ ਕਹਿੰਦੀ ਆ, ਉਸ ਬਾਰੇ ਗੱਲ ਕਰਾਂਗੇ। ਬਾਈਡਨ ਉਹਨਾਂ ਦੀ ਜਿਹੜੀ ਇੰਟਰਵਿਊ ਹੋਈ ਸੀਗੀ ਸਪੈਸ਼ਲ ਕੌਂਸਲ ਰੋਬਰਟ ਹਰ ਦੇ ਨਾਲ, ਉਸ ਦੇ ਵਿੱਚੋਂ ਹੋਰ ਕਿਹੜੀਆਂ ਗੱਲਾਂ ਸਾਹਮਣੇ ਆਈਆਂ, ਉਹ ਵੀ ਚਰਚਾ ਕਰਦੇ। ਮਿਲਦੇ ਬ੍ਰੇਕ ਤੋਂ ਬਾਅਦ 'ਚ।
ब्रेक तो बाद एक बारी फिर आप सब ਦਾ ਸਵਾਗਤ ਹੈ। ਇਸ ਤੋਂ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਮੈਂ ਰਾਜਕਨਵੀਰ ਸਿੰਘ ਜੁੜੇ ਹੋਏ ਨੇ ਹਰਜੋਤ ਸਿੰਘ ਜੀ। ਸਵਾਗਤ ਹੈ ਇੱਕ ਵਾਰੀ ਫਿਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜਿਸ ਤਰ੍ਹਾਂ ਆਪਾਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕਰਦੇ ਸੀ ਫਰਾਡ ਦੀ, ਇਕੱਲਾ ਇਹ ਅਮਰੀਕਾ ਜਾਂ ਕੈਨੇਡਾ 'ਚ ਨਹੀਂ, ਹੋਰ ਮੁਲਕਾਂ ਦੇ ਵਿੱਚ ਵੀ ਬਹੁਤ ਤੇਜ਼ੀ ਨਾਲ ਵੱਧ ਰਿਹਾ ਆ। ਅੱਜ ਯਾਹੂ ਜੋ ਆ ਉਹਦੇ ਉੱਤੇ ਵੀ ਇੱਕ ਨਿਊਜ਼ ਆ ਵੀ ਪੋਲੈਂਡ ਦੇ ਵਿੱਚ ਇੱਕ ਟੈਕਸੀ ਡਰਾਈਵਰ ਨੇ ਇੱਕ ਜਿਹੜੀ ਬਜ਼ੁਰਗ ਬੀਬੀ ਸੀ ਉਸ ਨੂੰ ਲੁੱਟਣ ਤੋਂ ਬਚਾ ਲਿਆ। ਕਹਿੰਦੇ ਵੀ ਟੈਕਸੀ ਡਰਾਈਵਰ ਨੂੰ ਕਿਸੇ ਨੇ ਕਾਲ ਕੀਤੀ ਵੀ ਜੀ ਇੱਕ ਬਾਕਸ ਆ ਜੋ ਉਹ ਚੱਕ ਕੇ ਲਿਆਣਾ ਕਿਸੇ ਦੇ ਘਰੋਂ ਤੇ ਉਹ ਪਹੁੰਚਾਉਣਾ ਹੈਗਾ ਆ। ਤੇ ਜਦੋਂ ਉਹ ਕਹਿੰਦਾ ਟੈਕਸੀ ਵਾਲਾ ਮੈਂ ਚੱਕ ਲਿਆ, 76 ਸਾਲਾਂ ਦੀ ਬਜ਼ੁਰਗ ਬੀਬੀ ਸੀ ਤੇ ਰਸਤੇ 'ਚ ਉਹ ਜਾ ਰਿਹਾ ਸੀ ਤੇ ਉਹਨੂੰ ਬਾਰ-ਬਾਰ ਕਾਲ ਆ ਰਹੀ ਸੀ ਵੀ ਕਿੱਦਾਂ ਤੂੰ ਉਹ ਸਮਾਨ ਚੱਕ ਲਿਆ, ਉਹਦੇ 'ਚ ਕੋਈ ਪ੍ਰੋਬਲਮ ਤਾਂ ਨਹੀਂ। ਕਹਿੰਦਾ ਜਦੋਂ ਮੈਨੂੰ ਸ਼ੱਕ ਪੈ ਗਈ ਤਾਂ ਮੈਂ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ ਵਾਲਿਆਂ ਨੇ ਕਿਹਾ ਵੀ ਤੂੰ ਇੱਥੇ ਆ ਜਾ ਪੁਲਿਸ ਸਟੇਸ਼ਨ ਤੇ। ਜਦੋਂ ਉਹ ਦੇਖਿਆ ਬਾਕਸ ਦੇ ਵਿੱਚੋਂ $36,000 ਜੋ ਕਿ ਪੋਲੈਂਡ ਦਾ 1,40,000 ਬਣਦਾ ਹੈਗਾ ਉਹ ਸੀਗਾ। ਤੇ ਉਹਨਾਂ ਨੇ ਲੇਡੀ ਨੂੰ ਕੰਟੈਕਟ ਕੀਤਾ ਪੁਲਿਸ ਨੇ। ਉਹ ਕਹਿੰਦੀ ਵੀ ਮੈਨੂੰ ਕਾਲਸ ਆਈਆਂ ਸੀਆਂ ਵੀ ਤੇਰੇ ਜਵਾਈ ਨੇ ਜਿਹੜਾ ਆ ਤੇਰਾ ਸਨ ਇਨ ਲਾ ਆ ਉਸਨੇ ਕਿਸੇ ਪੈਡੈਸਟਰੀਅਨ ਨੂੰ ਮਾਰ ਦਿੱਤਾ ਹੈ ਤੇ ਉਹ ਜੇਲ੍ਹ 'ਚ ਆ ਤੇ ਉਹਨੂੰ ਬਾਹਰ ਕਰਾਉਣਾ ਹੈ ਤੇ ਉਹ ਬੇਲ ਲਈ ਪੈਸੇ ਚਾਹੀਦੇ ਹੈਗੇ ਆ। ਸੋ ਉਹਦੇ ਪੈਸੇ ਵੀ ਬਚ ਗਏ ਤੇ ਜਿਹੜਾ ਡਰਾਈਵਰ ਆ ਉਹਦਾ ਵੀ ਜਿਹੜਾ ਧੰਨਵਾਦ ਕੀਤਾ ਪੁਲਿਸ ਵਾਲਿਆਂ ਨੇ। ਬਿਲਕੁਲ ਹਰਜੋਤ ਸਿੰਘ ਜੀ, ਸੇਮ ਹੀ ਥਿੰਗ ਆ ਇੱਥੇ ਵੀ। ਦੁਨੀਆ ਭਰ ਦੇ ਵਿੱਚ ਇਹ ਜਿਹੜੇ ਲੋਕਾਂ ਦੀਆਂ ਭਾਵਨਾਵਾਂ ਨੂੰ, ਇਮੋਸ਼ਨਸ ਨੂੰ ਕੈਸ਼ ਕਰਨ ਦੀ ਜਿਹੜੀ ਇਸ ਦੇ ਵਿੱਚ ਕੋਸ਼ਿਸ਼ ਚੱਲ ਰਹੀ ਆ। ਅਗਲੀ ਗੱਲ ਕਰੀਏ, ਸਪੈਸ਼ਲ ਕਾਉਂਸਲ ਰਾਬਰਟ ਹਰ ਦੀ ਜਿਹੜੀ ਬੌਮਸ਼ੈਲ ਰਿਪੋਰਟ ਕੁਝ ਹਫ਼ਤੇ ਪਹਿਲਾਂ, ਮਹੀਨੇ ਪਹਿਲਾਂ ਜਦੋਂ ਆਈ ਸੀ ਪ੍ਰੈਜ਼ੀਡੈਂਟ ਜੋ ਬਾਈਡਨ ਦੇ ਬਾਰੇ, ਜਿੱਥੇ ਉਹਨਾਂ ਨੇ ਪ੍ਰੈਜ਼ੀਡੈਂਟ ਬਾਈਡਨ ਨੂੰ ਬਜ਼ੁਰਗ ਆਦਮੀ ਜਿਸ ਦੀ ਯਾਦਦਾਸ਼ਤ ਸ਼ਕਤੀ ਕਮਜ਼ੋਰ ਆ ਦੇ ਤੌਰ ਦੇ ਉੱਤੇ ਗਰਦਾਨਿਆ ਸੀ ਤੇ ਕਿਹਾ ਸੀਗਾ ਵੀ ਭਾਈ ਆਪਾਂ ਇਹਨਾਂ ਦੇ ਉੱਤੇ ਕੋਈ ਜਿਹੜੇ ਚਾਰजेस ਆ ਉਹ ਨਹੀਂ ਲਾਉਣੇ ਕਿਉਂਕਿ ਇਹ ਬਜ਼ੁਰਗ ਨੇ ਤੇ ਇਹਨਾਂ ਨੂੰ ਭੁੱਲ ਜਾਂਦਾ ਆ। ਬਾਈਡਨ ਹੋਣਾ ਨੇ ਤੇ ਉਹਨਾਂ ਦੇ ਜਿਹੜੇ ਸਾਥੀਆਂ ਨੇ ਰਾਬਰਟ ਹਰ ਆ ਉਹਨਾਂ ਦੀ ਕਾਫੀ ਆਲੋਚਨਾ ਕੀਤੀ ਸੀ। ਉਹਨਾਂ ਨੇ ਕਿਹਾ ਵੀ ਜਿਹੜਾ ਉਹਨਾਂ ਦੇ ਮੁੰਡਾ ਬਿਊ ਬਾਈਡਨ ਆ ਉਸ ਦੀ ਮੌਤ ਦਾ ਜਿਹੜਾ ਟੌਪਿਕ ਆ ਇਹਨਾਂ ਨੇ ਇਸ ਸਪੈਸ਼ਲ ਕਾਉਂਸਲ ਨੇ ਚੁੱਕਿਆ ਹੈਗਾ ਆ। ਹੁਣ ਜਿਹੜੀ ਟਰਾਂਸਕ੍ਰਿਪਟ ਆ ਉਹ ਹੱਥ ਲੱਗੀ ਆ, NBC ਵਾਲੇ ਨੇ ਇਸ ਨੂੰ ਰਿਵਿਊ ਕੀਤਾ ਆ। ਇਹਨੇ ਦੋਨੋਂ ਹੀ ਪਾਸੇ ਇਹ ਚੀਜ਼ ਜਿਹੜੀ ਉਹ ਦੇਖਣ ਨੂੰ ਜਿਹੜੀ ਉਹ ਮਿਲੀ ਆ, ਜਿੱਥੇ ਦੋਨੋਂ ਚੀਜ਼ਾਂ ਦੇਖਣ ਨੂੰ ਇਹ ਮਿਲੀਆਂ ਆ ਵੀ ਜਿੱਥੇ ਪ੍ਰੈਜ਼ੀਡੈਂਟ ਬਾਈਡਨ ਕਈ ਚੀਜ਼ਾਂ ਉਹਨਾਂ ਨੂੰ ਬਿਲਕੁਲ ਬਰੀਕੀ 'ਚ ਯਾਦ ਸੀ ਤੇ ਕਈ ਚੀਜ਼ਾਂ ਜਿਹੜੀਆਂ ਆ ਉਹਨਾਂ ਨੂੰ ਬਿਲਕੁਲ ਵੀ ਯਾਦ ਨਹੀਂ ਸੀ ਆ ਰਹੀਆਂ। ਇੱਥੋਂ ਤੱਕ ਕਿ ਜਿਹੜੇ ਬਾਈਡਨ ਦੇ ਆਪਣੇ ਮੁੰਡੇ ਦੀ ਮੌਤ ਦੀ ਗੱਲ ਆ ਉਹ ਵੀ ਕਹਿੰਦੇ ਟਰਾਂਸਕ੍ਰਿਪਟ ਤੋਂ ਇਹ ਪਤਾ ਲੱਗਦਾ ਹੈ ਵੀ ਪ੍ਰੈਜ਼ੀਡੈਂਟ ਬਾਈਡਨ ਨੇ ਖੁਦ ਸ਼ੁਰੂ ਕੀਤੀ ਸੀ, ਨਾ ਕਿ ਸਪੈਸ਼ਲ ਕਾਉਂਸਲ ਹਰ ਦੇ ਦੁਆਰਾ। ਉੱਥੇ ਨਾਲ ਇਹਨਾਂ ਨੇ ਇੱਕ ਆਪਣੀ ਮੰਗੋਲੀਆ ਵਾਲੀ ਜਿਹੜੀ ਫੇਰੀ ਆ ਉਹਦੀ ਗੱਲ ਉਹਨਾਂ ਨੂੰ ਪੂਰੀ ਤਰ੍ਹਾਂ ਯਾਦ ਸੀ ਤੇ ਕਹਿੰਦੇ ਵੀ ਦੂਜੀਆਂ ਕੁਝ ਗੱਲਾਂ ਉਹਨਾਂ ਨੂੰ ਜਿਹੜੀਆਂ ਚੇਤਾ ਭੁੱਲ ਗਈਆਂ ਸੀ। ਇਹ ਇੰਟਰਵਿਊ ਉਦੋਂ ਹਰਜੋਤ ਸਿੰਘ ਜੀ ਹੋ ਰਹੀ ਸੀ ਜਦੋਂ ਹਮਾਸ ਦੇ ਦੁਆਰਾ ਇਜ਼ਰਾਈਲ ਤੇ ਹਮਲਾ ਹੋਇਆ 7 ਅਕਤੂਬਰ ਨੂੰ ਤੇ 2 ਦਿਨ ਲਗਾਤਾਰ ਇਹ ਜਿਹੜੀ ਇੰਟਰਵਿਊ ਆ ਚੱਲੀ ਹੈ। ਪਹਿਲੇ ਦਿਨ 3.5 ਘੰਟੇ ਤੇ ਫਿਰ ਉਸ ਤੋਂ ਅਗਲੇ ਦਿਨ 1.5 ਘੰਟਾ ਜਿਹੜੀ ਆ ਸਪੈਸ਼ਲ ਕਾਉਂਸਲ ਰਾਬਰਟ ਹਰ ਆ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਤਹਿਤ ਬਾਈਡਨ ਹੁਣਾਂ ਨੂੰ ਜਿਹੜਾ ਉਹ ਸੱਦਿਆ ਸੀ ਸਵਾਲ ਜਵਾਬ ਦੇ ਲਈ। ਇਹ ਵੀ ਜਿਹੜਾ ਮਸਲਾ ਆ ਉਹ ਪੁਰਾਣੇ ਦਸਤਾਵੇਜ਼ਾਂ ਦੇ ਨਾਲ ਹੀ ਜੁੜਿਆ ਹੋਇਆ ਆ ਵੀ ਕਲਾਸੀਫਾਈਡ ਡਾਕੂਮੈਂਟਸ ਜਿਹੜੇ ਬਾਈਡਨ ਹੁਣਾਂ ਦੇ ਕੋਲ ਉਹਨਾਂ ਦੇ ਘਰਾਂ ਤੋਂ ਜਾਂ ਹੋਰ ਪ੍ਰਾਪਰਟੀਜ਼ ਤੋਂ ਜਿਹੜੇ ਉਹ ਮਿਲੇ ਸੀਗੇ। ਸੋ ਇਹ ਹੁਣ ਜਿਹੜੀ ਟਰਾਂਸਕ੍ਰਿਪਟ ਉਹ ਕਾਂਗਰਸ ਦੇ ਕੋਲ ਅੱਜ ਪਹੁੰਚ ਜਾਊਗੀ, ਜਿੱਥੇ ਹਾਊਸ ਦੀ ਜੁਡੀਸ਼ਰੀ ਕਮੇਟੀ ਦੇ ਚੇਅਰ ਜਿਮ ਜਾਰਡਨ, ਓਵਰਸਾਈਟ ਚੇਅਰਸ ਜਿਹੜੀ ਕਮੇਟੀ ਦੇ ਚੇਅਰ ਜੇਮਸ ਕੋਮਰ ਆ ਉਹਨਾਂ ਨੇ ਸਪੀਨਾ ਕਰਕੇ ਇਨਵੈਸਟੀਗੇਸ਼ਨ ਦੇ ਦਸਤਾਵੇਜ਼ ਮੰਗਾਏ ਸੀ। ਅਗਲੀ ਖਬਰ ਵੱਲ ਚੱਲੀਏ ਤਾਂ ਰਿਊਟਰਸ ਰਿਪੋਰਟ ਕਰ ਰਿਹਾ ਵੀ US ਇਹ ਕੋਸ਼ਿਸ਼ ਕਰ ਰਿਹਾ ਵੀ ਜੋ ਇੰਡੀਆ ਰਸ਼ੀਆ ਤੋਂ ਤੇਲ ਖਰੀਦ ਰਿਹਾ ਆ ਉਹ ਬਹੁਤ ਹੀ ਘੱਟ ਕੀਮਤ ਦੇ ਉੱਤੇ ਖਰੀਦੇ। ਪਿਛਲੇ ਦਿਨਾਂ ਦੇ ਵਿੱਚ ਰਸ਼ੀਆ ਦੇ ਆਇਲ ਸੇਲ ਦੇ ਉੱਤੇ ਜੋ ਉੱਥੇ ਦਾ ਜਿਹੜਾ ਤੇਲ ਹੈਗਾ ਉਹਨੂੰ ਵੇਚਣ ਦੇ ਉੱਤੇ ਹੋਰ ਸੈਂਕਸ਼ਨਸ ਅਮਰੀਕਾ ਵਾਲਿਆਂ ਨੇ ਲਾਈਆਂ ਸੀਗੀਆਂ। ਇਸ ਟਾਈਮ ਇੰਡੀਆ ਦਾ ਸਭ ਤੋਂ ਵੱਡਾ ਜਿਹੜਾ ਬਾਇਰ ਆ ਉੱਥੇ ਦੇ ਤੇਲ ਦਾ, ਰਸ਼ੀਆ ਦਾ, ਉਹ ਇੰਡੀਆ ਹੈਗਾ ਆ। ਸੋ ਅੱਜ ਜਿਹੜਾ USA ਦੇ ਵਿੱਚ US ਦੇ ਇਨਵਾਏ ਐਮੋਸ ਹੌਚਸਟੇਨ ਜੋ ਹੈਗੇ ਆ ਉਹਨਾਂ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਦੱਸਿਆ ਵੀ ਸਾਡੀ ਕੋਸ਼ਿਸ਼ ਇਹ ਆ ਵੀ ਇੰਡੀਆ ਵਾਲੇ ਜੋ ਆ ਉਹ $60 ਜਿਹੜੀ ਗੈਸ ਦੀ ਪ੍ਰਾਈਸ ਆ ਉਸ ਤੋਂ ਵੀ ਘੱਟ ਪ੍ਰਾਈਸ ਤੇ ਜਿਹੜੀ ਗੈਸ ਖਰੀਦਣ ਤਾਂ ਕਿ ਰਸ਼ੀਆ ਨੂੰ ਜਿਹੜੇ ਪੈਸੇ ਆ ਉਹ ਜ਼ਿਆਦੇ ਨਾ ਮਿਲ ਸਕਣ। ਸੋ ਇਹ ਇੱਕ ਨਵੀਂ ਖਬਰ ਜਿਹੜੀ ਆਈ ਆ ਵੀ ਰਸ਼ੀਆ ਦੇ ਅਗੇਂਸਟ ਇੰਡੀਆ ਦੀ ਜਿਹੜਾ ਸਪੋਰਟ ਆ ਉਹ ਅਮਰੀਕਾ ਵਾਲੇ ਕਰ ਰਹੇ ਹੈਗੇ ਆ
ਘੱਟ ਪ੍ਰਾਈਸ ਦੇ ਉੱਤੇ ਗੈਸ ਖਰੀਦਣ ਦੇ ਲਈ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ ਬੋਇੰਗ ਦੇ ਜਹਾਜ਼ਾਂ ਦੇ ਨਾਲ ਜੁੜੀ ਹੋਈ ਹੈ ਜਿਹੜੀ ਖਬਰ ਹੈ, FAA ਦਾ ਜਿਹੜਾ ਆਡਿਟ ਆ ਬੋਇੰਗ 737 ਮੈਕਸ ਜੈਟ ਪ੍ਰੋਡਕਸ਼ਨ ਲਾਈਨ ਦਾ, ਉਹ ਕੀਤਾ ਗਿਆ। ਕਹਿੰਦੇ ਉਹਨਾਂ ਨੂੰ ਬਹੁਤ ਸਾਰੇ ਜਿਹੜੇ ਇਸ਼ੂਜ਼ ਆ ਪ੍ਰੋਡਕਸ਼ਨ ਪ੍ਰੋਸੈਸ ਦੇ ਵਿੱਚ ਇਵੈਂਚੁਅਲੀ ਲੱਭੇ ਆ। FAA ਦੇ ਐਡਮਿਨਿਸਟ੍ਰੇਟਰ ਮਾਈਕਲ ਵਿਟੇਕਰ, ਉਹਨਾਂ ਨੇ ਅੱਜ ਸਟੇਟਮੈਂਟ ਦੇ ਵਿੱਚ ਕਿਹਾ ਵੀ ਬੋਇੰਗ ਦੇ ਵਿੱਚ ਬਿਜ਼ਨਸ ਵੋਂਟ ਬੀ ਬੈਕ ਟੂ ਯੂਜੂਅਲ, ਵੀ ਕਹਿੰਦੇ ਵੀ ਉਹਨਾਂ ਨੂੰ ਬਹੁਤ ਜ਼ਿਆਦੀਆਂ ਸਹੀ ਤੇ ਬਹੁਤ ਵੱਡੀਆਂ ਇੰਪਰੂਵਮੈਂਟਸ ਕਰਨ ਦੀ ਇੱਥੇ ਜ਼ਰੂਰਤ ਹੈਗੀ ਆ। FAA ਦੇ ਆਡਿਟ ਦੇ ਵਿੱਚ ਦੇਖਿਆ ਗਿਆ ਵੀ ਬੋਇੰਗ ਦੀ ਮੈਨੂਫੈਕਚਰਿੰਗ ਪ੍ਰੋਸੈਸ ਦੇ ਵਿੱਚ ਨਾਨ ਕੰਪਲਾਇੰਸ ਇਸ਼ੂਜ਼ ਜਿਹੜੇ ਆ ਉਹ ਦੇਖੇ ਗਏ ਆ। ਪਾਰਟਸ ਦੀ ਹੈਂਡਲਿੰਗ ਤੇ ਸਟੋਰੇਜ ਤੇ ਪ੍ਰੋਡਕਸ਼ਨ ਕੰਟਰੋਲ ਦੇ ਵਿੱਚ ਵੀ ਉਹਨਾਂ ਨੂੰ ਕਸਰਾਂ ਜਿਹੜੀਆਂ ਆ ਉਹ ਨਜ਼ਰ ਆਈਆਂ ਹੈਗੀਆਂ ਆ। ਪੇਪਰ ਵਰਕ ਇਸ਼ੂਜ਼ ਤੋਂ ਲੈ ਕੇ ਟੂਲ ਮੈਨੇਜਮੈਂਟ ਤੇ ਵਰਕ ਆਰਡਰ ਦੇ ਵਿੱਚ ਵੀ ਇਹਨਾਂ ਨੂੰ ਦਿੱਕਤਾਂ ਜਿਹੜੀਆਂ ਉਹ ਦੇਖੀਆਂ ਗਈਆਂ ਆ। ਇਹਨਾਂ ਨੇ 89 ਜਿਹੜੇ ਪ੍ਰੋਡਕਟ ਆਡਿਟਸ ਆ FAA ਦੇ ਦੁਆਰਾ ਉਹ ਕੀਤੇ ਗਏ ਆ ਬੋਇੰਗ ਦੀ ਪ੍ਰੋਡਕਸ਼ਨ ਪ੍ਰੋਸੈਸ ਦੇ ਵਿੱਚ, ਜਿਨ੍ਹਾਂ ਦੇ ਵਿੱਚੋਂ ਕਹਿ ਲਓ ਵੀ 90 ਦੇ ਵਿੱਚੋਂ 33 ਦੇ ਵਿੱਚ ਇਹ ਫੇਲ ਹੋਈ ਆ ਬੋਇੰਗ। ਨਿਊਯਾਰਕ ਟਾਈਮਜ਼ ਨੇ ਇਸ ਨੂੰ ਰਿਪੋਰਟ ਕੀਤਾ ਹੈਗਾ ਆ। FAA ਨੇ ਇਹਨਾਂ ਦੇ ਨਾਲ 13 ਜਿਹੜੇ ਪ੍ਰੋਡਕਟ ਦੇ ਆਡਿਟ ਵੀ ਕੀਤੇ ਆ ਬੋਇੰਗ ਦੇ ਜਿਹੜੇ ਫਿਊਸੇਲਾਜ ਸਪਲਾਇਰ ਸਪਿਰਿਟ ਏਰੋ ਸਿਸਟਮ ਆ ਉਹਨਾਂ ਦੇ। ਇਹਨਾਂ 13 ਦੇ ਵਿੱਚੋਂ 7 ਦੇ ਵਿੱਚ ਆਡਿਟ ਦੇ ਵਿੱਚ ਇਹ ਫੇਲ ਹੋਏ ਆ। ਸੋ 737 ਮੈਕਸ ਦੇ ਜਹਾਜ਼ ਦੇ ਜਿਹੜੇ ਨਟ ਬੋਲਟ ਆ ਉਹ ਢਿੱਲੇ ਰਹਿ ਜਾਣੇ। ਜਹਾਜ਼ ਅਚਨਚੇਤੇ ਜਿਹੜੇ 2 ਵੱਡੇ ਹਾਦਸੇ ਜਿਹੜੇ ਉਹ ਵਾਪਰੇ, ਬੋਇੰਗ ਦੇ ਲਈ ਇਹ ਬਹੁਤ ਚਿੰਤਾਜਨਕ ਸਮਾਂ ਜਿਹੜਾ ਆ ਉਹ ਚੱਲ ਰਿਹਾ ਆ। ਆਡਿਟਸ ਦੇ ਵਿੱਚ 99 ਦੇ ਵਿੱਚੋਂ 33 ਚੋਂ ਫੇਲ ਹੋਣਾ, 13 ਦੇ ਵਿੱਚੋਂ 7 ਚੋਂ ਫੇਲ ਹੋਣਾ, ਇਹ ਕੋਈ ਬੜੀ ਚੰਗੀ ਰਿਪੋਰਟ ਬੋਇੰਗ ਦੇ ਲਈ ਨਹੀਂ ਆਈ। ਇਹ ਨਾ ਹੋਵੇ ਹਰਜੋਤ ਸਿੰਘ ਜੀ ਦੁਨੀਆ ਦੀ ਵੱਡੀਆਂ ਕੰਪਨੀਆਂ ਚੋਂ ਅਮਰੀਕੀ ਕੰਪਨੀ ਬੋਇੰਗ ਆ ਕਿਤੇ ਇਹਨਾਂ ਚੀਜ਼ਾਂ ਦੇ ਕਰਕੇ ਉਹ ਹੁਣ ਪਿੱਛੇ ਜਿਹੜੀ ਆ ਦੁਨੀਆ 'ਚ ਰਹਿ ਨਾ ਜਾਵੇ। ਜੀ, ਤੇ ਸਾਡਾ ਖਬਰਾਂ ਦਾ ਸਮਾਂ ਸਮਾਪਤ ਹੈ ਜੀ, ਬਿਲਕੁਲ ਜੀ, ਤੇ ਆਪਾਂ ਲਵਾਂਗੇ ਜੀ ਹੁਣ ਇਜਾਜ਼ਤ ਮੇਰੇ ਰਾਜਕਰਮਜੀਤ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।